ਹਾਂਜੀ ਪੁਨੀਤ ਜੀ, ਆਪਾਂ ਗੱਲ ਕਰ ਰਹੇ ਸੀ ਐਫਪੀਓ ਦੀ। ਪੰਜਾਬ ਦੇ ਵਿੱਚ ਐਫਪੀਓ ਦੀ ਕੀ ਸਥਿਤੀ ਹੈ? ਪੰਜਾਬ 'ਚ ਫਿਲਹਾਲ ਤਾਂ ਪੰਜਾਬ ਗੌਰਮੈਂਟ ਨੇ ਇੱਕ ਆਪਣੀ ਪਾਲਿਸੀ ਅਨਾਊਂਸ ਕੀਤੀ ਹੈ। ਸਤੰਬਰ 'ਚ ਹੀ ਆਈ ਹੈ ਪਾਲਿਸੀ, ਬਹੁਤ ਲੇਟ ਆਈ ਆ, ਬਟ ਉਹਦੇ 'ਤੇ ਵੀ ਹਜੇ ਕੋਈ ਬਜਟ ਉਹਦੇ 'ਚ ਇਹਨਾਂ ਨੇ ਐਲੋਕੇਟ ਨਹੀਂ ਕੀਤਾ। ਕੋਈ ਹਜੇ ਉਹਦੇ 'ਤੇ ਕਲੀਅਰ ਕੱਟ ਇੱਕ ਰਸਤਾ ਨਹੀਂ ਦੇਖ ਰਿਹਾ ਵੀ ਜੇ ਕਿਸੇ ਨੇ ਪੰਜਾਬ 'ਚ ਐਫਪੀਓ ਬਣਾਉਣੇ ਆ ਤਾਂ ਕਿੱਦਾਂ ਬਣਨਗੇ, ਕਿਉਂਕਿ ਉਹਦੇ 'ਤੇ ਹਜੇ ਗੱਲਬਾਤ ਚੱਲ ਰਹੀ ਆ। ਜੋ ਨੋਡਲ ਏਜੰਸੀ ਹੈ ਫੰਡ ਦੀ, ਬਾਕੀ ਸਟੇਟ ਜਿਹੜੇ ਆ ਚਾਹੇ ਹਰਿਆਣਾ, ਮਹਾਰਾਸ਼ਟਰ, ਜੋ ਇਹ ਸਟੇਟ ਕੰਮ ਕਰ ਰਹੇ ਆ, ਇਹਨਾਂ ਨੇ ਪਹਿਲਾਂ ਫੰਡ ਰੱਖੇ ਆ। ਕਿਸੇ ਨੇ 510 ਕਰੋੜ ਰੱਖਿਆ, ਕਿਸੇ ਨੇ 2200 ਕਰੋੜ, ਕਿਸੇ ਨੇ 200 ਕਰੋੜ। ਪੰਜਾਬ 'ਚ ਜਦ ਤੱਕ ਫੰਡ ਨਹੀਂ ਅਵੇਲੇਬਲ ਹੁੰਦੇ ਸਰਕਾਰ ਵੱਲੋਂ, ਸਰਕਾਰ ਸਹੂਲਤ ਕੀ ਦਊਗੀ ਐਫਪੀਓ ਬਣਾਉਣ ਨੂੰ, ਉਹ ਨਹੀਂ ਹਜੇ ਤੱਕ ਸਾਫ਼ ਹੋ ਰਿਹਾ। ਪਨੀਤ ਜੀ, ਤੁਸੀਂ ਹਰਿਆਣੇ 'ਚ ਵੀ ਕੰਮ ਕਰ ਰਹੇ ਹੋ, ਐਫਪੀਓ ਬਣਾਇਆ ਹੈ, ਤੇ ਪੰਜਾਬ ਦੇ ਵਿੱਚ ਤੁਸੀਂ ਕਿਉਂ ਨਹੀਂ ਬਣਾ ਰਹੇ? ਕੀ ਕਾਰਨ ਆ ਰਹੇ? ਕਿਹੜੀਆਂ ਤਕਲੀਫਾਂ ਆ ਰਹੀਆਂ ਨੇ? ਕਿਹੜੀਆਂ ਸਰਕਾਰ ਵੱਲੋਂ ਜਿਹੜੀਆਂ ਚੀਜ਼ਾਂ ਨੇ ਉਹ ਕਰਨੀਆਂ ਚਾਹੀਦੀਆਂ ਨੇ? ਬੇਟਾ ਜੀ, ਦੋ ਚੀਜ਼ਾਂ ਦੇਖੋ। ਜੋ ਕੰਮ ਕਿਸਾਨ ਜ਼ਿਮੀਂਦਾਰ ਕਰ ਸਕਦੇ ਆ ਉਹ ਆਪਣਾ ਕੰਮ ਉਹਨਾਂ ਨੇ ਕਰਨਾ ਹੈ। ਜਦ ਤੱਕ ਇੱਕ ਈਕੋਸਿਸਟਮ ਸਰਕਾਰ ਵਾਲੇ ਪਾਸਿਓਂ ਸਹੂਲਤ ਨਹੀਂ ਕਿਸੇ ਨੂੰ ਦਿੱਤੀ ਜਾਂਦੀ, ਫਿਰ ਅਗਲਾ ਸੋਚਦਾ ਵੀ ਐਫਪੀਓ ਬਣਾਉਣ ਦਾ ਮੈਨੂੰ ਫਾਇਦਾ ਕੀ ਹੈ। ਹੁਣ ਤੁਸੀਂ ਮਿਸਾਲ ਦੇ ਤੌਰ ਤੇ ਗੁਆਂਢੀ ਰਾਜ ਹੀ ਹੈ ਨਾਲ, ਹਰਿਆਣਾ ਹੈ। ਹਰਿਆਣੇ 'ਚ ਜਿਵੇਂ ਮੈਂ ਦੱਸਿਆ 510 ਕਰੋੜ ਇਹਨਾਂ ਨੇ ਰੱਖਿਆ ਹੈ, ਤੇ ਜਿਹੜਾ ਗਰੁੱਪ ਜਾਂ ਐਫਪੀਓ ਕੋਈ ਛੋਟਾ ਕੋਲਡ ਸਟੋਰ ਜਾਂ ਪੈਕ ਹਾਊਸ ਲਾਉਣਾ ਚਾਹੁੰਦਾ ਹੈ, 6 ਕਰੋੜ ਤੱਕ ਦਾ ਜੇ ਪੈਕ ਹਾਊਸ ਹੈ, ਸੋ ਉਹਦੇ ਤੇ ਐਫਪੀਓ ਨੂੰ 90% ਸਬਸਿਡੀ ਹੈ। ਕਹਿਣ ਦਾ ਮਤਲਬ ਲਗਭਗ 5.5 ਕਰੋੜ ਦੀ ਗ੍ਰਾਂਟ 3 ਕਿਸ਼ਤਾਂ 'ਚ ਸਰਕਾਰ ਦੇ ਰਹੀ ਹੈ। ਉਹੀ ਕੰਮ ਜੇ ਪੰਜਾਬ 'ਚ ਕਰਨਾ, ਗੁਆਂਢੀ ਕਿਸੇ ਜੇ ਸਰਸੇ 'ਚ ਕੋਈ ਕੰਮ ਹੋ ਰਿਹਾ ਔਰ ਉਹ ਬਠਿੰਡੇ 'ਚ ਕੰਮ ਕਰਨਾ, ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਇੱਥੇ ਕਿਸੇ ਨੂੰ ਇਹ ਨਹੀਂ ਪਤਾ ਜੇ ਅਸੀਂ ਪੈਕ ਹਾਊਸ ਲਾਉਂਦੇ ਹਾਂ ਤਾਂ ਸਾਨੂੰ ਕੋਈ ਸਰਕਾਰ ਤੋਂ ਮਦਦ ਮਿਲੂਗੀ ਜਾਂ ਨਹੀਂ। ਜੇ ਕੋਈ ਗਰੁੱਪ ਕੰਮ ਕਰਦਾ, ਉਹਨਾਂ ਨੂੰ ਜਰਨਲ ਜਿਹੜੀ ਸਬਸਿਡੀ ਆ ਉਹ ਸਿਰਫ 35% ਆ, ਉਹਦੇ 'ਚ ਵੀ GST ਤੇ ਬਾਕੀ ਲਾ ਕੇ ਉਹਦੇ 'ਚ ਵੀ ਫੰਡ ਦੀ ਅਵੇਲੇਬਿਲਿਟੀ ਸ਼ੋਰ ਨਹੀਂ ਹੈ। ਤੁਸੀਂ ਦੇਖੋ, ਜੇ 6 ਕਰੋੜ 'ਚ 5.5 ਕਰੋੜ ਇੱਕ ਸੂਬੇ 'ਚ ਸਰਕਾਰ ਦਿੰਦੀ ਹੋਵੇ ਤੇ ਦੂਜੇ ਸੂਬੇ 'ਚ ਉਹ ਕਿਸੇ ਨੂੰ ਰਾਹ ਨਾ ਦੇਖਦਾ ਹੋਵੇ, ਤਾਂ ਫਿਰ ਉੱਥੇ ਐਫਪੀਓ ਦੀ ਉਮੀਦ ਰੱਖਣਾ ਦਾ ਕੋਈ ਸੈਂਸ ਨਹੀਂ ਨਾ ਬਣਦੀ। ਇਹ ਫਰਕ ਆ ਰਿਹਾ ਵੀ ਜਿਹੜਾ ਸਰਕਾਰ ਦਾ ਜਿਹੜਾ ਈਕੋਸਿਸਟਮ ਆ ਉਹ ਬਣ ਨਹੀਂ ਸਕਿਆ। ਨਾ ਤਾਂ ਡਿਪਾਰਟਮੈਂਟਾਂ ਨੂੰ ਪਤਾ, ਨਾ ਡਿਸਟ੍ਰਿਕਟ ਲੈਵਲ ਤੇ ਆਫਿਸਰ ਨੂੰ ਪਤਾ ਹੈ ਐਫਪੀਓ ਦਾ ਕੰਸੈਪਟ ਕੀ ਹੈ। ਪੁਨੀਤ ਜੀ, ਪੰਜਾਬ ਦੇ ਵਿੱਚ ਵੀ ਤੁਸੀਂ ਐਫਪੀਓ ਬਣਾਇਆ, ਗਰੋਸਰ ਫਾਰਮ ਦੇ ਨਾਂ ਦੇ ਉੱਤੇ ਐਫਪੀਓ ਬਣਾਇਆ, ਤੇ ਉਹ ਮਾਲਵੇ ਖਿੱਤੇ ਦੇ ਵਿੱਚ ਜਦੋਂ ਤੁਸੀਂ ਬਣਾਇਆ ਸੀ ਉਦੋਂ ਲੋਕਾਂ ਨੂੰ ਬੜੀ ਉਮੀਦ ਸੀ। ਉਹ ਉਮੀਦ ਕਿੱਥੇ ਟੁੱਟ ਗਈ? ਉਮੀਦ ਦੇਖੋ ਜੀ, ਸਹੂਲਤਾਂ ਕਰਕੇ ਹੀ ਟੁੱਟੀ ਹੈ। ਜਦੋਂ ਆਪਾਂ ਕਹਿੰਦੇ ਆ ਇੱਕ ਈਕੋਸਿਸਟਮ ਹੋਣਾ ਚਾਹੀਦਾ, ਉਹਦਾ ਮਤਲਬ ਇਹੀ ਹੁੰਦਾ ਹੈ ਵੀ ਹਰ ਜਿਹੜਾ ਸਟੇਕ ਹੋਲਡਰ ਆ ਉਹਦੇ ਨਾਲ ਜੁੜਿਆ ਹੈ। ਸਰਕਾਰ, ਇਹ ਫਾਰਮਰਾਂ ਨੇ ਐਫਪੀਓ ਬਣਾ ਲਿਆ, ਰਜਿਸਟਰਡ ਉਹਨੂੰ ਕਰਵਾਤਾ, ਤੇ ਉਹਨੂੰ ਚਲਾਉਣ ਵਾਸਤੇ ਕੈਪੀਟਲ ਦੀ ਲੋੜ ਹੈ, ਪੈਸੇ ਦੀ ਲੋੜ ਹੈ, ਉਹਦੇ ਵਾਸਤੇ ਬੈਂਕ ਤੋਂ ਲੋਨ ਦੀ ਲੋੜ ਆ। ਹੁਣ ਜਦ ਤੱਕ ਬੈਂਕ ਉਹਨੂੰ ਕੋਈ ਫੰਡ ਨਹੀਂ ਕਰੂਗਾ, ਵਰਕਿੰਗ ਕੈਪੀਟਲ ਦੀ ਜੋ ਜ਼ਰੂਰਤ ਸੀਗੀ ਉਸ ਪ੍ਰੋਜੈਕਟ ਨੂੰ, ਉਹ ਪੂਰੀ ਨਹੀਂ ਹੋਈ। ਸਰਕਾਰ ਵੱਲੋਂ ਕੋਈ ਸਹੂਲਤ, ਕੋਈ ਪਾਲਿਸੀ ਨਹੀਂ ਪੰਜਾਬ ਸਰਕਾਰ ਹਾਲੇ ਤੱਕ ਬਣਾ ਸਕੀ। ਸਾਰੇ ਹਿੰਦੁਸਤਾਨ 'ਚ ਐਫਪੀਓ ਬਣੇ ਆ, ਐਫਪੀਓ ਤੋਂ ਛੱਡੋ, ਐਫਪੀਓ ਦੀਆਂ ਫੈਡਰੇਸ਼ਨਾਂ ਬਣ ਗਈਆਂ। ਮੈਂ ਫੇਰ ਐਗਜ਼ਾਮਪਲ ਹਰਿਆਣੇ ਦੀ ਦਿੰਦਾ। ਪਿਛਲੇ ਸਾਲ 30-35 ਐਫਪੀਓ ਨੇ ਸਿੱਧਾ ਕਣਕ ਝੋਨਾ ਖਰੀਦ ਕੇ ਸਰਕਾਰ ਨੂੰ ਦਿੱਤਾ, ਤੇ ਉਹਦੀ ਕਮਿਸ਼ਨ ਵੀ ਸਰਕਾਰ ਨੇ ਉਹਨਾਂ ਨੂੰ ਦਿੱਤੀ ਹੈ। ਜੋ ਕੰਮ ਹਰਿਆਣੇ 'ਚ ਹੋ ਸਕਦਾ ਉਹ ਪੰਜਾਬ 'ਚ ਕਿਉਂ ਨਹੀਂ ਹੋ ਰਿਹਾ, ਇਹ ਸਵਾਲ ਕਰਨਾ ਬਣਦਾ ਹੈ ਪੰਜਾਬ ਸਰਕਾਰ ਨੂੰ। ਤੇ ਵੀ ਜਦ ਤੱਕ ਸਰਕਾਰ ਨਹੀਂ ਜਾਗਦੀ ਉਦੋਂ ਤੱਕ ਪੰਜਾਬ 'ਚ ਆਪਾਂ ਉਮੀਦ ਨਹੀਂ ਕਰ ਸਕਦੇ ਵੀ ਕੋਆਪਰੇਟਿਵ ਸੈਕਟਰ ਕੁਛ ਕਰ ਗੁਜ਼ਰੂਗਾ, ਜਾਂ ਸਰਕਾਰ ਦੀ ਅਣਗਹਿਲੀ ਤੋਂ ਬਿਨਾਂ ਐਫਪੀਓ ਚੱਲ ਸਕਦੇ ਆ, ਬਣ ਜ਼ਰੂਰ ਸਕਦੇ ਆ। ਨਾਬਾਰਡ ਦੇ ਫੰਡਿੰਗ ਦੇ ਨਾਲ ਰਜਿਸਟਰ ਕਰਾਉਣਾ ਹੋਰ ਗੱਲ ਹੈ, ਪਰ ਐਫਪੀਓ ਨੂੰ ਕਿਸੇ ਵੀ ਸੰਸਥਾ ਨੂੰ ਚਲਾਉਣ ਵਾਸਤੇ ਜਿਸ ਮਾਹੌਲ ਦੀ ਲੋੜ ਹੈ ਉਹ ਮਾਹੌਲ ਸਿਰਜਣ 'ਚ ਹਾਲੇ ਤੱਕ ਅਸੀਂ ਕਾਮਯਾਬ ਨਹੀਂ ਹੋ ਸਕੇ ਪੰਜਾਬ 'ਚ। ਪੁਨੀਤ ਜੀ, ਜਿਹੜੀ ਐਫਪੀਓ ਨੂੰ ਫੰਡਿੰਗ ਹੁੰਦੀ ਹੈ ਉਹ ਸਟੇਟ ਗੌਰਮੈਂਟ ਦੀ ਜ਼ਿੰਮੇਵਾਰੀ ਹੈ ਜਾਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ? ਤੁਸੀਂ ਸਮੇਂ-ਸਮੇਂ ਸਿਰ ਪੰਜਾਬ ਦੇ ਅਧਿਕਾਰੀਆਂ ਨਾਲ, ਪੰਜਾਬ ਦੇ ਮੰਤਰੀਆਂ ਨਾਲ ਵੀ ਮਿਲਦੇ ਰਹੇ ਹੋ। ਜਦੋਂ ਇਹ ਪ੍ਰਸ਼ਨ ਉੱਥੇ ਉੱਠਦਾ ਤਾਂ ਉਦੋਂ ਕੀ ਜਵਾਬ ਮਿਲਦਾ? ਦੇਖੋ, ਜਵਾਬ ਇਹੀ ਮਿਲਦਾ ਹੈ ਵੀ ਪੰਜਾਬ ਸਰਕਾਰ ਸ਼ਾਇਦ ਹੁਣ ਤੱਕ ਜਿਹੜੀਆਂ ਵੀ ਸੈਂਟਰ ਦੀਆਂ, ਦੇਖੋ ਇਹ ਸਾਂਝੇਦਾਰੀ ਜੀ ਸਾਰੇ ਪ੍ਰੋਜੈਕਟ ਹੁੰਦੇ ਆ। ਸੈਂਟਰ ਤੇ ਸਟੇਟ ਦੀ ਆਪਸ ਦੀ ਇੱਕ ਸ਼ੇਅਰਿੰਗ ਹੁੰਦੀ ਹੈ। ਉਹ ਇੱਕ ਰੇਸ਼ੋ ਦੇ ਵਿੱਚ ਜੋ ਵੀ ਫੰਡ ਹੁੰਦਾ ਹੈ ਉਹ ਸ਼ੇਅਰ ਕਰਨਾ ਹੁੰਦਾ। ਸੈਂਟਰ ਆਪਣਾ ਹਿੱਸਾ ਪਾਉਂਦੀ ਹੈ, ਪੰਜਾਬ ਸਰਕਾਰ ਨੇ ਆਪਣਾ ਹਿੱਸਾ ਪਾਉਣਾ ਹੈ। ਪਰ ਜ਼ਿਆਦਾਤਰ ਜੋ ਆਮ ਬਾਕੀ ਸਕੀਮਾਂ 'ਚ ਵੀ ਅਸੀਂ ਦੇਖਦੇ ਹਾਂ, ਜੋ ਸਟੇਟ ਵੱਲੋਂ ਆਪਣਾ ਬਣਦਾ ਜਿਹੜਾ ਹਿੱਸਾ ਹੈ
ਉਹ ਨਾ ਪਾਉਣ ਕਰਕੇ ਬਹੁਤੀਆਂ ਸਕੀਮਸ ਜਿਹੜੀਆਂ ਹੈਗੀਆਂ ਉਹ ਫੇਲ ਹੋ ਰਹੀਆਂ। FPO ਦੀ ਜਿੱਥੋਂ ਤੱਕ ਗੱਲ ਆ, ਨਵੀਂ ਸਕੀਮ ਦੇ ਵਿੱਚ ਸਰਕਾਰ ਨੇ ਇੱਕ ਸਕੀਮ ਜੋ ਗਵਰਨਮੈਂਟ ਆਫ ਇੰਡੀਆ ਨੇ ਲਾਂਚ ਕੀਤੀ ਹੈ, ਉਹਦੇ ਵਿੱਚ ਇਹਨਾਂ ਨੇ ਕੁਝ ਫੰਡ ਰੱਖਿਆ, ਜਿਹੜਾ ਪੂਰਾ ਜਿਹੜਾ ਖਰਚਾ ਹੈ ਉਹ ਭਾਰਤ ਸਰਕਾਰ ਨੇ ਇਨਵੈਸਟ ਕਰਨਾ ਹੈ। ਪਰ ਦੁੱਖ ਦੀ ਗੱਲ ਇਹ ਹੈ ਵੀ ਜਿਸ ਸਕੀਮ ਦੇ ਵਿੱਚ ਪੂਰਾ ਖਰਚਾ ਭਾਰਤ ਸਰਕਾਰ ਵੱਲੋਂ ਵੀ ਲਿਆ ਜਾ ਸਕਦਾ ਸੀ ਪੰਜਾਬ ਸਰਕਾਰ ਨੇ ਉਸ ਸਕੀਮ ਦੇ ਪੈਰਲਰ ਇੱਕ ਆਪਣੀ ਸਕੀਮ ਬਣਾ ਕੇ ਇੱਕ ਸਕੀਮ ਲਾਂਚ ਕੀਤੀ ਆ, ਜਿਹਦੇ ਵਿੱਚ ਕੋਈ ਫੰਡ ਨਹੀਂ ਰੱਖਿਆ। ਹੁਣ ਫਾਰਮਰ ਨੂੰ ਇਹ ਨਹੀਂ ਪਤਾ ਵੀ ਉਹ ਪੰਜਾਬ ਸਰਕਾਰ ਕੋਲੇ ਜਾਵੇ FPO ਬਣਾਉਣ ਵਾਸਤੇ ਜਾਂ ਭਾਰਤ ਸਰਕਾਰ ਦਾ ਕੋਈ ਰਸਤਾ ਲੱਭੇ। ਜਿਸ ਸਕੀਮ ਦੀ ਆਪਾਂ ਪੰਜਾਬ 'ਚ ਗੱਲ ਕਰ ਰਹੇ ਉਹਦੇ 'ਚ ਕੋਈ ਫੰਡ ਨਹੀਂ ਰੱਖਿਆ। ਸੋ ਇਹ ਕਨਫਿਊਜ਼ਨ ਚੱਲ ਰਹੀ ਆ। ਗੱਲ ਇਹ ਆ ਵੀ ਕਿਸੇ ਪਾਸੇ ਹਜੇ ਤੱਕ ਸਾਨੂੰ ਸਮਝ ਨਹੀਂ ਆ ਰਹੀ ਵੀ ਬਾਕੀ ਸੂਬਿਆਂ 'ਚ ਇੱਕ ਡਿਪਾਰਟਮੈਂਟ ਬਣਿਆ, ਉੱਥੇ ਜਾ ਕੇ ਅਸੀਂ ਗੱਲ ਕਰ ਸਕਦੇ ਹਾਂ, ਉੱਥੋਂ ਫੰਡ ਵੀ ਸਾਨੂੰ ਪਤਾ, ਉੱਥੋਂ ਸਾਨੂੰ ਫਾਰਮ ਮਿਲ ਜਾਂਦੇ ਆ ਵੀ ਤੁਸੀਂ ਚਾਹੇ ਰਾਜਸਥਾਨ ਦੀ ਗੱਲ ਕਰੋ, ਹਿਮਾਚਲ ਦੀ ਗੱਲ ਕਰੋ, ਹਰਿਆਣੇ ਦੀ ਗੱਲ ਕਰੋ ਜਾਂ ਬਾਹਰ ਦੇ ਸੂਬੇ ਆ, ਉਹਨਾਂ ਨੇ ਆਪਣਾ ਇੱਕ ਦਫ਼ਤਰ ਬਣਾਇਆ ਹੋਇਆ। ਉਹਨਾਂ ਦੇ ਜ਼ਰੀਏ ਅਸੀਂ ਜਾ ਕੇ ਸਾਰੀ ਜਾਣਕਾਰੀ ਲੈ ਸਕਦੇ ਹਾਂ। ਸਾਨੂੰ ਕਲੀਅਰ ਕੱਟ ਪਤਾ ਹੈ ਵੀ ਕਿੰਨਾ ਫੰਡ ਕਿੰਨੇ ਸਾਲਾਂ 'ਚ ਕਿੰਨੇ FPO ਬਣਾਉਣ ਵਾਸਤੇ ਮਿਲੂਗਾ। ਹੁਣ ਪੰਜਾਬ 'ਚ ਜੇ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਇਹ ਨਹੀਂ ਪਤਾ ਵੀ ਕਿੰਨੇ FPO 2 ਸਾਲਾਂ 'ਚ, ਕਿੰਨੇ 1 ਸਾਲ 'ਚ, ਕਿੰਨੇ 3 ਸਾਲਾਂ 'ਚ ਬਣਾਉਣੇ ਆ। ਉਸ FPO ਨੂੰ ਬਣਾਉਣ ਵਾਸਤੇ ਕਿੰਨੀ ਫੰਡਿੰਗ ਸਾਨੂੰ ਮਿਲੂਗੀ, ਕਿਸਾਨ ਨੇ ਆਪ ਕੀ ਕੰਮ ਕਰਨਾ। ਸੋ ਇਹ ਕੰਮ ਜਦ ਤੱਕ ਇੱਕ ਕਲੀਅਰ ਕੱਟ ਇੱਕ ਪੋਲਿਸੀ ਡਾਕੂਮੈਂਟ ਨਹੀਂ ਬਣਦਾ ਜਿਹਦੇ 'ਚ ਹਰ ਗੱਲ ਦਾ ਜਵਾਬ ਹੋਵੇ, ਉਦੋਂ ਤੱਕ FPO ਦਾ ਜਿਹੜਾ ਕੰਸੈਪਟ ਹੈ ਇਹਨੂੰ ਜ਼ਮੀਨ ਤੇ ਉਤਾਰਨਾ ਬਹੁਤ ਔਖਾ ਹੋਏਗਾ। ਪੁਨੀਤ ਜੀ, ਜਦੋਂ ਅੱਜ ਕੇਂਦਰ ਸਰਕਾਰ ਦਾ ਅਸੀਂ ਖੇਤੀ ਬਿੱਲ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਭਾਰਤ ਸਰਕਾਰ 10,000 FPO ਪੂਰੇ ਭਾਰਤ ਵਿੱਚ ਬਣਾਉਣਾ ਚਾਹੁੰਦੀ ਹੈ। ਲੇਕਿਨ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਪੰਜਾਬ ਦੇ ਵਿੱਚ ਖੇਤੀ ਬਿੱਲਾਂ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ। ਕੀ ਤੁਸੀਂ ਸਮਝਦੇ ਹੋ ਕਿ FPO ਦੀ ਜਿਹੜੀ ਪਾਲਿਸੀ ਹੈ ਜਾਂ FPO ਦੀ ਫੰਡਿੰਗ ਹੈ, ਇਹਦੇ ਲਈ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਲੋਕਾਂ ਨੂੰ ਜਾਣੂ ਕਰਾਉਣਾ ਚਾਹੀਦਾ ਹੈ ਤੇ ਜਿਹੜੇ ਫੰਡ ਹੈ ਉਹ ਰਾਖਵੇਂ ਰੱਖੇ ਜਾਣੇ ਚਾਹੀਦੇ ਨੇ? ਬੇਟਾ ਜੀ, ਜਿੱਥੋਂ ਤੱਕ ਬਿੱਲਾਂ ਦੀ ਗੱਲ ਹੈ, ਬਿੱਲਾਂ ਦਾ ਜ਼ਿਆਦਾਤਰ ਜਿਹੜਾ ਠੀਕ ਹੈ ਜਿਹੜਾ ਵਿਰੋਧ ਆ ਉਹ MSP ਤੇ MSP ਨੂੰ ਸੁਨਿਸ਼ਚਿਤ ਕਰਨ ਵਾਸਤੇ ਆ ਵੀ ਉਹਨੂੰ ਯਕੀਨੀ ਬਣਾਇਆ ਜਾਵੇ। ਜਿੱਥੋਂ ਤੱਕ FPO ਦੀ ਗੱਲ ਹੈ, ਇਹ ਕੰਸੈਪਟ ਪਹਿਲਾਂ ਵੀ ਸਾਡੀ ਲੋੜ ਸੀ ਤੇ ਹੁਣ ਵੀ ਲੋੜ ਹੈ ਤੇ ਅੱਗੇ ਵੀ ਲੋੜ ਰਹੇਗਾ, ਕਿਉਂਕਿ MSP ਤੋਂ ਬਾਹਰ ਅਸੀਂ ਬਾਸਮਤੀ ਦੀ ਖੇਤੀ ਕਰਦੇ ਹਾਂ, ਕਿੰਨੂ ਦੀ ਸਪਲਾਈ ਪੰਜਾਬ ਤੋਂ ਬਾਹਰ ਆ, ਆਲੂ ਦਾ ਬੀਜ ਅਸੀਂ ਪੰਜਾਬ ਤੋਂ ਬਾਹਰ ਭੇਜਦੇ ਹਾਂ, ਮਟਰ ਦੀ ਬਹੁਤ ਸਪਲਾਈ ਸਾਰੇ ਇੰਡੀਆ ਨੂੰ ਜਾਂਦੀ ਹੈ। ਇਹੋ ਜਿਹੀਆਂ ਬਹੁਤ ਸਾਰੀਆਂ ਫਸਲਾਂ ਜਿਨ੍ਹਾਂ ਦੇ ਉੱਪਰ MSP ਨਾ ਹੋਣ ਕਰਕੇ ਅਸੀਂ ਪਹਿਲਾਂ ਹੀ ਬਾਜ਼ਾਰ 'ਤੇ ਡਿਪੈਂਡ ਆ। ਹੁਣ ਜੇ ਕਿੰਨੂ ਦੀ ਗੱਲ ਕਰੀਏ, ਉਹਦੇ ਲਈ ਪੈਕ ਹਾਊਸ ਦੀ ਲੋੜ ਆ, ਸਬਜ਼ੀਆਂ ਲਈ ਪੈਕ ਹਾਊਸ ਦੀ ਲੋੜ ਆ, ਟਰਾਂਸਪੋਰਟੇਸ਼ਨ ਦੀ ਲੋੜ ਆ, ਤੇ ਇਸ ਵਾਸਤੇ ਇਹ ਕੰਮ ਕਰਨ ਵਾਸਤੇ ਜਿਨ੍ਹਾਂ ਦੀ ਜ਼ਰੂਰਤ ਹੈ, ਜਿਸ ਮਾਡਲ ਦੀ ਜ਼ਰੂਰਤ ਹੈ, ਉਹ FPO ਦਾ ਮਾਡਲ ਉਹੀ ਹੈ ਵੀ ਕਿਸਾਨ ਇਕੱਠੇ ਹੋ ਕੇ ਜੇ ਛੋਟੀ ਮੰਡੀ 'ਚ ਇੱਕ ਛੋਟਾ ਹਾਥੀ ਕਹਿ ਲਓ ਜਾਂ ਇੱਕ ਛੋਟਾ ਲੋਡ ਭੇਜਦੇ ਆ, ਤੇ ਜੇ ਉਹ ਇਕੱਠੇ ਹੋ ਕੇ ਦਿੱਲੀ ਜਾਂ ਜੈਪੁਰ ਜਾਂ ਜੰਮੂ ਜਾਂ ਬਾਹਰ ਦੀਆਂ ਮਾਰਕੀਟ ਨੂੰ ਕੈਪਚਰ ਕਰਨਾ ਚਾਹੁੰਦੇ ਆ, ਆਪਣੀ ਪਹੁੰਚ ਉੱਥੋਂ ਤੱਕ ਬਣਾਉਣਾ ਚਾਹੁੰਦੇ ਆ, ਤਾਂ ਉਹਨਾਂ ਨੂੰ ਆਪਣੇ ਸਾਧਨ ਇਕੱਠੇ ਕਰਨੇ ਪੈਣੇ ਆ। ਖੇਤੀ ਉਹਨਾਂ ਦੀ ਅੱਡ ਰਵੇ, ਪਰ ਜਿਹੜੀ ਜਿਣਸ ਦੀ ਮੰਡੀਕਰਨ ਆ ਉਹ ਇਕੱਠਾ ਹੋ ਜੇ। ਇਸ ਮਾਡਲ ਦਾ ਹੀ ਇੱਕ ਕਰਨ ਦਾ ਜੋ ਤਰੀਕਾ ਹੈ ਉਹ FPO ਦਾ ਮਾਡਲ ਹੈ। ਤੇ FPO ਦੀ ਜ਼ਰੂਰਤ ਪਹਿਲਾਂ ਵੀ ਸੀ, ਜਿਵੇਂ ਮੈਂ ਦੱਸਿਆ, ਤੇ ਹੁਣ ਵੀ ਹੈ। ਤੇ ਭਾਰਤ ਸਰਕਾਰ ਦੀਆਂ ਜਿਹੜੀਆਂ 10,000 FPO, ਸਾਡਾ ਤੇ ਟਾਰਗੇਟ ਇਸ ਪਾਸੇ ਹੋਣਾ ਚਾਹੀਦਾ ਵੀ ਇਸ ਪ੍ਰਦਰਸ਼ਨ ਨੂੰ ਸਗੋਂ ਵੇਖਦਿਆਂ ਹੋਇਆਂ ਸਾਨੂੰ ਉਸ 10,000 ਚੋਂ ਵੱਧ ਤੋਂ ਵੱਧ FPO ਪੰਜਾਬ ਲਈ ਲੈਣੇ ਚਾਹੀਦੇ ਆ। ਸਾਡਾ ਬਾਰਡਰ ਸੂਬੇ ਵੀ ਸਾਡੇ ਨਾਲ ਲੱਗਦੇ ਆ। ਜੇ ਅਸੀਂ ਮਾਝੇ ਦੀ ਗੱਲ ਕਰੀਏ, ਇਹ ਕੰਸੈਪਟ ਹਲੇ ਤੱਕ ਮਾਝੇ ਤੱਕ ਪਹੁੰਚ ਹੀ ਨਹੀਂ ਸਕਿਆ, ਜਦਕਿ ਹਾਰਟੀਕਲਚਰ ਦਾ ਬਹੁਤ ਵੱਡਾ ਕਲਸਟਰ ਹੈ। ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਜਿੱਥੇ ਗੁੜ ਗੰਨੇ ਦੀ ਬਹੁਤ ਪੈਦਾਵਾਰ ਹੈ, ਉੱਥੋਂ ਅਸੀਂ ਗੁੜ ਬਣਾ ਕੇ ਆਪਣੇ ਕੈਨੇਡਾ, ਅਮਰੀਕਾ ਤੱਕ ਭੇਜ ਸਕਦੇ ਹਾਂ। ਪਰ ਇਸ ਕੰਮ ਕਰਨ ਵਾਸਤੇ ਸਾਨੂੰ ਜਿਹੜੀ ਲੜਾਈ ਲੜਨੀ ਚਾਹੀਦੀ ਹੈ। ਇੱਕ ਪਾਸੇ ਸਾਡੇ ਹੱਕ ਜਿਹੜੇ ਖੇਤੀ ਬਿੱਲਾਂ ਦੇ ਵਿਰੋਧ 'ਚ ਆ, ਉਹਦੇ ਨਾਲ ਸਾਨੂੰ ਆਪਣੀਆਂ ਮੰਗਾਂ ਵੀ ਸਾਹਮਣੇ ਰੱਖਣੀਆਂ ਚਾਹੀਦੀਆਂ ਵੀ ਘੱਟੋ ਘੱਟ ਜੋ 10,000 FPO ਆ, ਉਹਦੇ 'ਚ ਸਾਨੂੰ 500-700 FPO ਪੰਜਾਬ ਨੂੰ ਮਿਲਣ। ਪਰ ਇਸ ਪਾਸੇ ਕੋਈ ਗੱਲ ਨਹੀਂ ਕੀਤੀ ਜਾ ਰਹੀ, ਇਹ ਅਫਸੋਸ ਹੈ ਥੋੜਾ। ਪੁਨੀਤ ਜੀ, ਤੁਸੀਂ ਇਥੋਪੀਆ ਦੇ ਵਿੱਚ ਵੀ ਖੇਤੀ ਕਰਦੇ ਰਹੇ ਹੋ, ਪੰਜਾਬ ਦਾ ਸੀਨ ਵੀ ਤੁਸੀਂ ਦੇਖਿਆ ਹੈ ਔਰ ਲੋਕਾਂ ਨੂੰ ਵੀ ਤੁਸੀਂ ਜਾਗਰੂਕ ਕੀਤਾ, ਖਾਸ ਤੌਰ 'ਤੇ ਕਿਸਾਨਾਂ ਦੇ ਗਰੁੱਪਾਂ ਨੂੰ, ਔਰ ਨਾਬਾਰਡ ਤੋਂ ਵੀ ਤੁਸੀਂ ਸਮੇਂ ਸਿਰ ਉਹਨਾਂ ਦੇ ਰਿਸੋਰਸ ਪਰਸਨ ਵਜੋਂ ਲੋਕਾਂ ਨੂੰ ਅਵੇਅਰ ਕਰਦੇ ਹੋ, ਖਾਸ ਤੌਰ 'ਤੇ ਕਿਸਾਨਾਂ ਨੂੰ। ਅੱਜ ਪੰਜਾਬ ਦੇ ਵਿੱਚ ਕਿੰਨੇ ਕੁ FPO ਨੇ ਜਿਹੜੇ ਬਹੁਤ ਚੰਗਾ ਕੰਮ ਕਰ ਰਹੇ ਨੇ, ਤੇ ਜਿਹੜੇ ਨਹੀਂ ਕੰਮ ਕਰ ਰਹੇ ਉਹਨਾਂ ਦਾ ਕਾਰਨ ਕੀ ਰਿਹਾ ਕਿ ਉਹ ਪਿੱਛੇ ਹਟੇ?
ਪੰਜਾਬ 'ਚ ਇਸ ਵੇਲੇ ਤਕਰੀਬਨ 104 FPO 104 ਦੇ ਲਾਗੇ FPO ਜਿਹੜੇ ਰਜਿਸਟਰਡ ਹੋਏ ਆ। ਇਹਨਾਂ 'ਚੋਂ ਬਹੁਤੇ FPO ਜਿਹੜੇ ਖੁਦ ਆਪਣੇ ਆਪ ਨੂੰ ਆਪਣੇ ਸਾਧਨ ਇਕੱਠੇ ਕਰਕੇ ਚੰਗੇ ਢੰਗ ਨਾਲ ਜਿਹੜੇ ਔਰਗੇਨਾਈਜ਼ ਕਰ ਚੁੱਕੇ ਆ। ਇਹਦੇ 'ਚ ਸ਼ਹਿਦ ਵਾਲੇ ਕੁਝ ਫਾਰਮਰ ਆ, ਔਰ ਜ਼ਿਆਦਾਤਰ ਜਿਹੜੇ ਇਹ FPO 103 ਬਣੇ ਆ ਇਹ ਨਾਬਾਰਡ ਦੀ ਸਪੋਰਟ ਨਾਲ ਹੀ ਬਣੇ ਆ। ਨਾਬਾਰਡ ਨੇ ਇਹਨਾਂ ਨੂੰ ਰਜਿਸਟ੍ਰੇਸ਼ਨ ਦੇ ਦਫ਼ਤਰ ਖੋਲ੍ਹਣ ਦੀ ਜਿਹੜੀ ਗ੍ਰਾਂਟ ਆ ਉਹ ਦਿੱਤੀ ਆ 3 ਸਾਲ ਤੱਕ। ਉਹਦੇ ਨਾਲ ਕੁਛ ਇਹਨਾਂ ਦੀ ਟ੍ਰੇਨਿੰਗ ਹੋਣ ਤੋਂ ਬਾਅਦ ਜੋ ਜਿੱਥੇ ਇੱਕ ਟੀਮ ਚੰਗੀ ਬਣ ਗਈ ਫਾਰਮਰ ਦੀ, ਜਿੱਥੇ ਆਪਸ 'ਚ ਉਹਨਾਂ ਦਾ ਸਹਿਚਾਰ ਚੰਗਾ ਹੋਇਆ, ਤਾਂ ਉਹ ਸਾਡੇ ਕੋਲ ਕੁਛ ਐਗਜ਼ਾਮਪਲ ਹੈ ਜਿਹੜੇ ਪੰਜਾਬ 'ਚ ਚੰਗਾ ਕੰਮ ਕਰ ਰਹੇ ਆ। ਉਹਦੇ 'ਚ ਸ਼ਹਿਦ ਵਾਲੇ ਫਾਰਮਰ ਵੀ ਆ, ਸਬਜ਼ੀਆਂ 'ਚ ਵੀ ਕੁਛ ਫਾਰਮਰ ਕੰਮ ਕਰ ਰਹੇ ਆ, ਬਾਸਮਤੀ ਦੇ ਕੁਝ ਗਰੁੱਪ ਜਿਹੜੇ ਆ ਨਵੇਂ ਔਰਗੇਨਾਈਜ਼ ਹੋ ਰਹੇ ਆ। ਇਹ ਸਾਰੇ ਜਿਹੜੇ ਫਾਰਮਰ ਆ ਇਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਸੀਗਾ ਉਹ ਕਿਤੇ ਨਾ ਕਿਤੇ ਇਹਦੇ 'ਚ ਕਾਮਯਾਬ ਰਿਹਾ, ਇਸ ਮਾਡਲ ਨੂੰ ਕਾਮਯਾਬ ਕਰਨ 'ਚ। ਜਿੱਥੋਂ ਤੱਕ ਬਾਕੀ FPO ਜਿਹੜੇ ਬਣੇ ਸੀ ਪਰ ਨਹੀਂ ਚੱਲ ਸਕੇ, ਉਹਦੇ 'ਚ ਉਹਨਾਂ ਦੀਆਂ ਕੁਛ ਮੈਨੇਜਮੈਂਟ ਆਪ ਦੀਆਂ FPO ਦੀਆਂ ਦਿੱਕਤਾਂ ਆਈਆਂ, ਉਸ ਕੰਸੈਪਟ ਨੂੰ ਪੂਰੇ ਤਰੀਕੇ ਨਾਲ ਜਾਂ ਸਮਝ ਨਹੀਂ ਸਕੇ ਜਾਂ ਉਸ ਢੰਗ ਦੇ ਨਾਲ ਉਹ ਟੀਮ ਨਹੀਂ ਇਕੱਠੀ ਕਰ ਸਕੇ। ਕਿਉਂਕਿ ਤੁਹਾਨੂੰ ਪਤਾ ਪੰਜਾਬ ਦਾ ਜੋ ਮਾਹੌਲ ਹੈ, ਆਪਣੇ ਜੋ ਸਮਾਜਿਕ ਆਪਣਾ ਤਾਣਾ ਬਾਣਾ ਹੈ, ਉਹ ਰਾਜਨੀਤੀ ਕਰਕੇ ਜਾਂ ਹੋਰ ਸਮਾਜਿਕ ਕਾਰਨਾਂ ਕਰਕੇ ਸਾਡਾ ਇੰਨਾ ਕੁ ਵਿਗੜਿਆ ਹੋਇਆ ਵੀ ਅਸੀਂ ਬਾਕੀ ਸੂਬਿਆਂ ਵਾਂਗੂ ਓਡੀ ਟੀਮ ਨਹੀਂ ਇਕੱਠੀ ਕਰ ਸਕਦੇ। ਜਿਹੜੀ ਇੱਕ ਸਹਿਚਾਰ 'ਤੇ ਚੱਲਣ ਵਾਲਾ ਜਿਹੜਾ ਮਾਹੌਲ ਆ ਉਹਨੂੰ ਸਾਨੂੰ ਨਵੇਂ ਸਿਰੇ ਤੋਂ ਸਿਰਜਣ ਵਾਸਤੇ ਇੱਕ ਬਕਾਇਦਾ ਥੋਟ ਪ੍ਰੋਸੈਸ ਦੀ ਲੋੜ ਆ ਵੀ ਸਾਨੂੰ ਕਿਹੜੇ ਕੰਮ ਲਈ ਸਾਂਝੇ ਹੋਣਾ। ਅਸੀਂ ਸਾਂਝੇ ਕੰਮ ਤੋਂ ਡਰਦੇ ਬਹੁਤ ਆ। ਇਹਦੇ ਵਪਾਰ ਕਰਨਾ ਉਹਨਾਂ ਸੌਖਾ ਨਹੀਂ ਜਦੋਂ 10 ਬੰਦੇ ਗੱਲ ਕਰਦੇ ਯਾਰ ਇਕੱਠੇ ਹੋ ਕੇ ਗੱਲ ਕਰਾਂਗੇ, ਕੰਮ ਕਰਾਂਗੇ। ਸੋ ਉਹ ਵਹਿਮ ਸਾਡੇ ਦਿਲੋਂ ਥੋੜ੍ਹਾ ਸਾਨੂੰ ਕੱਢਣਾ ਪੈਣਾ ਵੀ ਜੇ ਅਸੀਂ ਆਪਣਾ ਇੱਕ ਮਾਡਲ ਬੜਾ ਕਲੀਅਰ ਕੱਟ ਰੱਖੀਏ, ਖੇਤੀ ਅੱਡ ਰੱਖੀਏ, ਜਿਵੇਂ ਮੈਂ ਦੱਸਿਆ ਮੰਡੀਕਰਨ ਅਤੇ ਕੁਛ ਚੀਜ਼ਾਂ ਕਰਕੇ ਹੀ ਅਸੀਂ ਇਕੱਠੇ ਹੋ ਜਾਈਏ, ਤਾਂ ਮੈਨੂੰ ਲੱਗਦਾ ਵੀ ਇਸ ਮਾਡਲ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਪੁਨੀਤ ਜੀ, ਜਦੋਂ ਅੱਜ ਪੰਜਾਬ ਦੇ ਵਿੱਚ ਖੇਤੀ ਬਿੱਲਾਂ ਦਾ ਵਿਰੋਧ ਹੋ ਰਿਹਾ ਹੈ, ਉਦੋਂ ਕੇਂਦਰ ਵਾਲੇ ਪਾਸਿਓਂ ਵੀ ਸੱਦਾ ਆਉਣ ਦੀ ਸੰਭਾਵਨਾ ਹੈ। ਖੇਤੀ ਮੰਤਰੀ ਹੋ ਸਕਦਾ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ, ਤੁਹਾਡੇ ਵਰਗੇ ਅਗਾਂਹ ਵਧੂ ਕਿਸਾਨਾਂ ਨਾਲ ਚਰਚਾ ਕਰਨ। ਉਦੋਂ ਜੇਕਰ ਕੋਈ ਗੱਲ ਆਉਂਦੀ ਹੈ ਤਾਂ ਤੁਸੀਂ ਪੰਜਾਬ ਦੀ FPO ਦੀ ਸਥਾਪਤੀ ਲਈ ਤੇ ਲੋਕਾਂ ਨੂੰ, ਖਾਸ ਤੌਰ ਤੇ ਕਿਸਾਨਾਂ ਨੂੰ FPO ਦਾ ਫਾਇਦਾ ਲੈਣ ਦੇ ਲਈ ਕਿਹੜੀ ਮੰਗ ਰੱਖੋਗੇ, ਕਿਹੜਾ ਸੁਝਾਅ ਦਿਓਗੇ ਤਾਂ ਜੋ ਕੇਂਦਰ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚੇ ਤੇ ਪੰਜਾਬ ਦੇ ਕਿਸਾਨ ਵੀ ਹਰਿਆਣੇ ਦੇ ਕਿਸਾਨਾਂ ਦੀ ਤਰ੍ਹਾਂ ਤੇ ਆਪਣਾ FPO ਬਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ? ਬੇਟਾ ਜੀ, ਜਿੱਥੋਂ ਤੱਕ ਕੋਈ ਕੇਂਦਰ ਤੋਂ ਇਹੋ ਜਿਹੇ ਸੱਦੇ ਦੀ ਗੱਲ ਆ, ਪਹਿਲੀ ਗੱਲ ਤਾਂ ਜਿਸ ਵਿਰੋਧ ਦੇ ਕਰਕੇ ਸੱਦਾ ਆਉਣ ਦੀ ਉਮੀਦ ਹੈ ਜਾਂ ਆਏ ਵੀ ਆ ਸੱਦੇ, ਇਹਦੇ 'ਚ ਤਾਂ ਜਿਹੜੀਆਂ ਸੰਘਰਸ਼ ਕਰ ਰਹੀਆਂ ਸੰਸਥਾਵਾਂ, ਦੇਖੋ ਉਹਨਾਂ ਦਾ ਹੀ ਹੱਕ ਬਣਦਾ ਹੈ ਗੱਲ ਕਰਨ ਦਾ। ਉਹਨਾਂ ਦੀਆਂ ਕੀ ਮੰਗਾਂ ਨੇ ਉਹ ਉਹਨਾਂ ਬਾਰੇ ਗੱਲ ਕਰਨ। ਜਿੱਥੋਂ ਤੱਕ FPO ਦੀ ਗੱਲ ਹੈ, FPO ਨੂੰ ਅਸੀਂ ਧਰਾਤਲ ਤੋਂ ਉੱਪਰ ਚੱਲਣ ਵਾਲੀ ਇੱਕ ਸਕੀਮ ਹੈ। ਇਹਦੇ ਲਈ ਪਹਿਲਾਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਚਾਰਟਰ ਅਸੀਂ ਪੰਜਾਬ ਸਰਕਾਰ ਨੂੰ ਬਕਾਇਦਾ ਦੇ ਰਹੇ ਹਾਂ। ਅੱਜ ਵੀ ਸਾਡੀ ਇੱਕ ਖਾਸ ਮੀਟਿੰਗ ਹੈ ਤੇ ਜਿੱਥੋਂ ਤੱਕ ਸਰਕਾਰ, ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਜਾਂ ਨਾਬਾਰਡ ਜਾਂ ਬਾਕੀ ਸੰਸਥਾਵਾਂ ਦੀ ਗੱਲ ਆ, ਉਹ ਅਸੀਂ ਕੰਮ ਬਕਾਇਦਾ ਰੈਗੂਲਰ ਕਰ ਹੀ ਰਹੇ ਹਾਂ। ਸਾਡੀਆਂ ਇਸ ਪਾਲਿਸੀ ਨੂੰ ਲੈ ਕੇ ਜੋ ਮੰਗਾਂ ਨੇ, ਜੋ ਚੇਂਜ ਹੋਣੇ ਚਾਹੀਦੇ ਆ, ਉਹਦੇ ਲਈ ਬਕਾਇਦਾ ਅਸੀਂ ਪੰਜਾਬ ਸਰਕਾਰ ਨੂੰ ਵੀ ਲਿਖ ਕੇ ਦੇ ਚੁੱਕੇ ਹਾਂ ਵੀ ਕਿਹੜੇ ਮਾਡਲ ਬਦਲਣ ਦੀ ਲੋੜ ਆ, ਕਿਹੜੀਆਂ ਸੁਵਿਧਾਵਾਂ, ਜਿਹੜੀਆਂ ਸਹੂਲਤਾਂ ਨੇ ਉਹ ਪੰਜਾਬ ਦੇ FPO ਨੂੰ ਦੇਣ ਦੀ ਲੋੜ ਹੈ। ਤੇ ਉਹਦੇ ਲਈ ਕੇਂਦਰ ਸਰਕਾਰ ਦੇ ਨਾਲ ਡਾਇਰੈਕਟਲੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਸੂਬਾ ਸਰਕਾਰ ਦੇ ਨਾਲ ਇੱਕ ਆਪਣਾ ਥੋਟ ਪ੍ਰੋਸੈਸ ਰੱਖਣਾ ਪੈਣਾ ਹੈ। ਉਸ ਤੋਂ ਬਾਅਦ ਹੀ ਅਸੀਂ ਕੋਈ ਗੱਲ ਜੇ ਕੇਂਦਰ ਦੇ ਲੈਵਲ 'ਤੇ ਕਰਨ ਵਾਲੀ ਆ ਉਹਨਾਂ ਨਾਲ ਕਰਾਂਗੇ। ਜੋ ਸੂਬੇ ਸਰਕਾਰ ਨਾਲ ਸਾਡੇ ਕੁਛ ਸਲਾਹ ਮਸ਼ਵਰੇ ਆ ਉਹ ਅਸੀਂ ਬਕਾਇਦਾ ਇਹਨਾਂ ਨਾਲ ਗੱਲ ਕਰ ਹੀ ਰਹੇ ਹਾਂ ਆਲਰੇਡੀ। ਪੁਨੀਤ ਜੀ, FPO ਬਣਾਉਣ ਦੇ ਲਈ ਘੱਟੋ ਘੱਟ ਕਿੰਨੇ ਕਿਸਾਨਾਂ ਦਾ ਸਮੂਹ ਤੇ ਵੱਧ ਤੋਂ ਵੱਧ ਕਿੰਨੇ ਕਿਸਾਨਾਂ ਦਾ ਸਮੂਹ ਹੋ ਸਕਦਾ ਹੈ ਤੇ ਉਹਨਾਂ ਨੂੰ ਆਪਣੇ ਵੱਲੋਂ ਯਾਨੀ ਜਿਹੜੀ ਸ਼ੇਅਰ ਹੋਲਡਰ ਹੈ ਜਾਂ ਰਾਸ਼ੀ ਹੈ ਉਹ ਕਿੰਨੀ ਕੁ ਆਪਣੀ ਜੇਬ 'ਚ ਪਾਉਣੀ ਪੈਂਦੀ ਹੈ? ਇਹਦੇ 'ਚ FPO ਦੇ ਸਾਡੇ ਕੋਲ 2 ਮਾਡਲ ਹੈ ਜਿਹਦੇ 'ਚ FPO ਬਣ ਸਕਦਾ। ਇੱਕ ਕੰਪਨੀ ਐਕਟ ਦੇ ਅਧੀਨ ਹੈ, ਇੱਕ ਕੋਆਪਰੇਟਿਵ ਦੇ ਅਧੀਨ ਹੈ। ਕੰਪਨੀ ਐਕਟ ਜ਼ਿਆਦਾਤਰ ਜੋ FPO ਦਾ ਮਾਡਲ ਹੈ ਉਹ ਕੰਪਨੀ ਐਕਟ ਦੇ ਵਿੱਚ ਹੀ ਜ਼ਿਆਦਾਤਰ FPO ਬਣਦੇ ਆ, ਜਿਹਦੇ 'ਚ ਘੱਟੋ ਘੱਟ 10 ਜ਼ਿਮੀਂਦਾਰ ਮਿਲ ਕੇ FPO ਬਣਾ ਸਕਦੇ ਆ ਤੇ ਵੱਧ ਤੋਂ ਵੱਧ ਦੀ ਕੋਈ ਇਹਦੇ 'ਚ ਲਿਮਿਟ ਨਹੀਂ ਹੈ। ਉਹਦੇ 'ਚ ਹਜ਼ਾਰਾਂ ਕਿਸਾਨ ਵੀ ਅੱਗੇ ਚੱਲ ਕੇ ਜੁੜ ਸਕਦੇ ਆ। ਜਿੱਥੋਂ ਤੱਕ ਸ਼ੇਅਰ ਪੂੰਜੀ ਦੀ ਗੱਲ ਹੈ, ਇਹ ਸਾਰਾ ਡਿਪੈਂਡ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਵੀ ਜੋ ਅਸੀਂ ਪੂੰਜੀ ਆਪਣੀ FPO 'ਚ ਕੰਮ ਕਰਨ ਲਈ ਨਿਸ਼ਚਿਤ ਕੀਤੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਆਥੋਰਾਈਜ਼ਡ ਕੈਪੀਟਲ,
ਵੀ ਇੱਕ ਕੰਪਨੀ 10 ਲੱਖ ਨਾਲ ਜੇ ਰਜਿਸਟਰਡ ਹੁੰਦੀ ਹੈ ਤਾਂ ਉਹਦੇ 'ਚ ਸ਼ੇਅਰ ਹੋਲਡਰ ਆਪਸ 'ਚ ਫੈਸਲਾ ਲੈ ਸਕਦੇ ਆ ਵੀ ਘੱਟੋ ਘੱਟ ਜਿਹੜਾ ਉਹਨਾਂ ਨੂੰ ਇੱਕ ਸ਼ੇਅਰ ਖਰੀਦਣਾ ਜ਼ਰੂਰੀ ਹੁੰਦਾ ਉਹਦੇ 'ਚ। ਉਹ 1000 ਦਾ ਵੀ ਸ਼ੇਅਰ ਹੋ ਸਕਦਾ, ਉਹ 10,000 ਦਾ ਵੀ ਹੋ ਸਕਦਾ, ਪਰ ਕੁਝ ਖਾਸ ਸਕੀਮਾਂ ਨੂੰ ਧਿਆਨ 'ਚ ਰੱਖਦੇ ਹੋਏ ਇਹਦੇ 'ਚ ਵੱਧ ਤੋਂ ਵੱਧ 5% ਦੀ ਅਸੀਂ ਇੱਕ ਪੂੰਜੀ ਆ ਜਿਹੜੀ ਇੱਕ ਹਿੱਸੇਦਾਰ ਨੂੰ ਦੇ ਸਕਦੇ ਹਾਂ। ਇੱਕ ਸ਼ੇਅਰ ਤੋਂ ਲੈ ਕੇ ਵੱਧ ਤੋਂ ਵੱਧ ਉਹਦੀ ਪੂਰੀ ਪੂੰਜੀ ਦਾ 5% ਦੀ ਜਿਹੜਾ ਹਿੱਸਾ ਹੈ ਉਹ ਇੱਕ ਹਿੱਸੇਦਾਰ ਲੈ ਸਕਦਾ ਹੈ। ਇਹ ਇਸ ਕਰਕੇ ਰੱਖਿਆ ਜਾਂਦਾ ਹੈ ਵੀ ਸਾਰਿਆਂ ਦਾ ਜਿਹੜਾ ਉਹਦੇ 'ਚ ਜਿਹੜੀ ਸ਼ਮੂਲੀਅਤ ਹੈ ਉਹ ਇੱਕ ਬਰਾਬਰ ਹੋਵੇ, ਸਾਰਿਆਂ ਦਾ ਉਹਦੇ 'ਚ ਕੋਈ ਨਾ ਕੋਈ ਕੰਟਰੀਬਿਊਸ਼ਨ ਹੋਵੇ। ਜੀ ਪ੍ਰੀਤ ਜੀ, ਅਖੀਰ ਤੇ ਇੱਕੋ ਹੀ ਕੁਐਸਚਨ ਹੈ ਮੇਰਾ ਕਿ FPO ਬਣਾਉਣ ਤੋਂ ਬਾਅਦ ਕਿਹੜੀ ਕਿਹੜੀ ਉਪਜ ਦੇ ਪੈਦਾਵਾਰ ਜਿਹੜੇ ਕਿਸਾਨ ਨੇ ਉਹ ਜਿਹੜੀ ਪੈਦਾਵਾਰ ਕਰਦੇ ਨੇ, ਚਾਹੇ ਉਹ ਕਣਕ, ਝੋਨਾ ਜਾਂ ਇਸ ਤੋਂ ਇਲਾਵਾ ਡੇਅਰੀ, ਪੋਲਟਰੀ, ਕਿਸ ਤਰ੍ਹਾਂ ਦਾ ਜਿਹੜਾ ਕੰਸੈਪਟ ਹੁੰਦਾ ਹੈ ਔਰ ਕਿਹੜੇ ਕਿਹੜੇ ਕਿਸਾਨ ਉਹਦੇ 'ਚ ਹਿੱਸਾ ਲੈ ਸਕਦੇ ਨੇ FPO ਬਣਾਉਣ ਦੇ ਲਈ, ਉਹਨਾਂ ਨੂੰ ਕਿਸ ਤਰ੍ਹਾਂ ਦਾ ਫਾਇਦਾ ਮਿਲਦਾ ਹੈ? ਤੁਹਾਡੇ ਹਿਸਾਬ ਨਾਲ ਪੰਜਾਬ ਦਾ ਸੀਨ ਕੀ ਹੈਗਾ, ਪੰਜਾਬ ਦਾ ਦ੍ਰਿਸ਼ ਕੀ ਹੈਗਾ, ਪੰਜਾਬ ਦੇ ਕਿਸਾਨਾਂ ਨੂੰ ਕੀ ਸੁਜੈਸਟ ਕਰੋਗੇ ਕਿ ਤੁਸੀਂ ਇਸ ਫਸਲ ਦੇ ਪ੍ਰੋਡਕਟ ਬਣਾ ਕੇ ਆਪਣਾ ਜਿਹੜਾ FPO ਬਣਾਓ? ਦੇਖੋ ਬੇਟਾ ਜੀ, ਪੰਜਾਬ ਦੇ ਕੋਲ ਜਿਹੜੇ ਸਾਧਨ ਹੈ, ਸਾਡੇ ਕੋਲ ਜਿਹੜੇ ਸ਼ਾਇਦ ਬਾਕੀ ਕਿਸੇ ਦੇਸ਼ ਦੇ ਹਿੱਸੇ 'ਚ ਸੂਬਿਆਂ ਦੇ ਕੋਲ ਨਹੀਂ ਹੈ। ਸਾਡੇ ਕੋਲ ਚੰਗੀ ਪੈਦਾਵਾਰ ਹੈ, ਸਾਡੇ ਕੋਲ ਪਾਣੀ ਦੇ ਸਾਧਨ ਆ, ਮੌਸਮ ਸਾਡੇ ਕੋਲ ਬਹੁਤ ਸੋਹਣਾ ਹੈ। ਇਹਨੂੰ ਦੇਖਦੇ ਹੋਏ FPO ਦਾ ਜਿਹੜਾ ਮਾਡਲ ਹੈ ਨਾ, FPO ਅਸੀਂ ਜਦੋਂ ਵੀ ਬਣਾਉਂਦੇ ਹਾਂ ਤਾਂ ਫਸਲ ਨੂੰ ਧਿਆਨ 'ਚ ਰੱਖ ਕੇ ਬਣਾਉਂਦੇ ਹਾਂ। ਇੱਥੇ ਆਲੂ ਦੇ ਜਿਹੜੇ ਕਾਸ਼ਤ ਕਰਨ ਵਾਲੇ ਕਿਸਾਨ, ਉਹਨਾਂ ਦਾ ਇੱਕ FPO ਬਣਦਾ ਹੈ। ਦੁੱਧ ਦੀ ਪੈਦਾਵਾਰ ਲੈਣ ਵਾਲਿਆਂ ਦਾ ਅੱਡ FPO ਬਣਦਾ ਹੈ, ਕਿੰਨੂ ਵਾਸਤੇ ਅੱਡ, ਗਾਜਰ ਵਾਸਤੇ ਅੱਡ। ਸੋ ਜਦੋਂ ਅਸੀਂ ਫਸਲ ਦੇ ਆਧਾਰ ਤੇ FPO ਬਣਾਉਂਦੇ ਹਾਂ, ਇਹਦੀ ਖਾਸੀਅਤ ਹੀ ਇਹੀ ਹੈ ਵੀ FPO ਜਦੋਂ ਵੀ ਬਣੇਗਾ ਤਾਂ ਜਦੋਂ ਅਸੀਂ ਇੱਕ FPO ਦਾ ਨਾਂ ਲੈਂਦੇ ਹਾਂ, ਜਦੋਂ ਅਸੀਂ ਹੁਣ ਪਟਿਆਲੇ 'ਚ ਗੱਲ ਕਰਦੇ ਹਾਂ ਵੀ ਨੌਜਵਾਨ FPO, ਤਾਂ ਸਾਡੇ ਦਿਮਾਗ 'ਚ ਉਹ ਨਾਂ ਲੈਂਦੇ ਹੀ ਧਿਆਨ 'ਚ ਆ ਜਾਂਦਾ ਵੀ ਸ਼ਹਿਰ ਦੀ ਗੱਲ ਹੋ ਰਹੀ ਹੈ। ਜਦੋਂ ਅਸੀਂ ਪੰਜਾਬ ਆਰਗੈਨਿਕ FPO ਦੀ ਪਟਿਆਲੇ ਦੀ ਗੱਲ ਕਰਦੇ ਹਾਂ, ਇਹਦਾ ਮਤਲਬ ਸਾਨੂੰ ਹੁੰਦਾ ਹੈ ਵੀ ਇੱਥੇ ਸਬਜ਼ੀਆਂ ਦੀ, ਖਾਸ ਕਰ ਜਿਹੜੀਆਂ ਹਾਈ ਵੈਲਿਊ ਸਬਜ਼ੀਆਂ, ਉਹਨਾਂ ਦੀ ਗੱਲ ਅਸੀਂ ਕਰ ਰਹੇ ਹਾਂ। ਇੱਦਾਂ ਹੀ ਜਿਹੜੇ ਜਲੰਧਰ 'ਚ FPO ਉਹ ਨੈਚੁਰਲੀ ਪੋਟੈਟੋ 'ਤੇ ਕੰਮ ਕਰ ਰਹੇ ਆ। ਸੋ ਸਾਡੀ ਜਿਹੜੀ ਉਮੀਦ ਹੈ, ਸਾਡੇ ਪੰਜਾਬ ਦੇ FPO ਤੋਂ ਉਮੀਦ ਹੈ, ਉਹ ਇਹੋ ਜਿਹੇ ਨਵੇਂ ਵਾਈਬਰੈਂਟ ਜਿਹੜੇ FPO ਤਿਆਰ ਕਰਨ ਦੀ ਹੈ, ਜਿਹਦੇ 'ਚ ਇੱਕ ਇੱਕ ਵੈਲਿਊ ਚੇਨ, ਅਸੀਂ ਇਹਨੂੰ ਕਹਿੰਦੇ ਹਾਂ ਵੀ ਇੱਕ ਇੱਕ FPO ਇੱਕ ਇੱਕ ਵੈਲਿਊ ਚੇਨ 'ਤੇ ਕੰਮ ਕਰੇ। ਔਰ ਕੁੱਲ ਮਿਲਾ ਕੇ ਜੇ ਅਸੀਂ 5-7 ਵੈਲਿਊ ਚੇਨ ਨੂੰ ਵੀ ਫੜ ਲਈਏ ਪੰਜਾਬ 'ਚੋਂ, ਔਰ ਇਕੱਲਾ ਸਾਡੀ ਪੰਜਾਬ ਜਾਂ ਦਿੱਲੀ ਦੀ ਮਾਰਕੀਟ ਵਾਸਤੇ ਨਹੀਂ, ਦੁਬਈ ਵਗੈਰਾ ਜਾਂ ਜਿਹੜੀਆਂ ਐਕਸਪੋਰਟ ਦੀਆਂ ਮਾਰਕੀਟ ਵੀ ਅਸੀਂ ਬੜੀਆਂ ਸੋਹਣੀਆਂ ਤੋਂ ਹੈਂਡਲ ਕਰ ਸਕਦੇ ਹਾਂ। ਇਹਦੇ 'ਚ ਜਿਹੜੀਆਂ ਫਸਲਾਂ ਦੇ ਮੈਂ ਅੱਗੇ ਨਾਂ ਲਏ ਆ ਪੰਜਾਬ ਵਾਸਤੇ, ਪੰਜਾਬ 'ਚ ਬਾਸਮਤੀ ਤਾਂ ਸਾਡੇ ਕੋਲ ਇੱਕ ਇਹੋ ਜਿਹਾ ਇੱਕ ਮਾਡਲ ਬਣ ਸਕਦਾ ਹੈ। ਬਾਸਮਤੀ ਜਿਹੜੀ ਅਸੀਂ ਸਾਰੀ ਦੁਨੀਆ ਨੂੰ ਹੁਣ ਵੀ ਸਪਲਾਈ ਕਰ ਰਹੇ ਹਾਂ, ਉਹਦੇ 'ਚ ਕੁਛ ਹੱਦ ਤੱਕ ਅਸੀਂ ਇਕੱਠੇ ਹੋ ਕੇ ਉਹਦੀ ਮਿਲਿੰਗ ਕਰਕੇ ਲੋਕਲ ਵੀ ਸੇਲ ਕਰ ਸਕਦੇ ਹਾਂ, ਅਤੇ ਜਿਹੜੇ ਮਿਲਰ ਆ ਉਹਨਾਂ ਨੂੰ ਕੈਮੀਕਲ ਫਰੀ ਬਾਸਮਤੀ ਪੈਦਾ ਕਰਕੇ ਦੇ ਸਕਦੇ ਹਾਂ। ਬਾਸਮਤੀ ਤੋਂ ਬਾਅਦ ਸਬਜ਼ੀਆਂ ਦੀ, ਫਰੈਸ਼ ਦੀ ਅਤੇ ਪ੍ਰੋਸੈਸ ਕਰਕੇ ਅਸੀਂ ਦੋਨੋਂ ਜਿਹੜੀਆਂ ਇੱਥੋਂ ਕੰਮ ਆਲਰੇਡੀ ਚੱਲ ਹੀ ਰਿਹਾ। ਪੰਜਾਬ 'ਚੋਂ ਟਮਾਟਰ ਦਾ ਪੇਸਟ ਵੀ ਬਣ ਰਿਹਾ ਅਤੇ ਟਮਾਟਰ ਦੀ ਫਰੈਸ਼ ਸਪਲਾਈ ਜਿੱਥੇ ਪੂਰੇ ਰੀਜਨ 'ਚ ਹੋ ਵੀ ਰਹੀ ਹੈ। ਹਰੀਆਂ ਸਬਜ਼ੀਆਂ ਦੀ ਕਾਸ਼ਤਕਾਰ ਵਾਸਤੇ ਅੱਡ ਅੱਡ FPO ਅਸੀਂ ਬਣਾ ਸਕਦੇ ਹਾਂ। ਜ਼ਰੂਰੀ ਨਹੀਂ ਅਸੀਂ 5-7 FPO ਜਾਂ 5-7 ਸਬਜ਼ੀਆਂ ਵਾਸਤੇ ਇੱਕ FPO ਬਣਾਉਣਾ ਹੈ। ਹੁਸ਼ਿਆਰਪੁਰ 'ਚ ਜਿਵੇਂ ਚੱਬੇਵਾਲ ਦੀ ਬੈਲਟ ਆ, ਉੱਥੇ ਸਪੈਸ਼ਲ ਜਿਹੜੇ ਆਲੂ ਅਤੇ ਮਟਰ ਵਾਸਤੇ ਜਿਹੜਾ FPO, ਕਿਉਂਕਿ ਉਹ ਅਰਲੀ ਆਉਂਦਾ ਹੈ। ਇਸੇ ਤਰ੍ਹਾਂ ਜਲੰਧਰ ਦਾ, ਫਿਰੋਜ਼ਪੁਰ ਦਾ ਏਰੀਆ ਹਰੀ ਮਿਰਚ ਵਾਸਤੇ, ਇੱਦਾਂ ਹੀ ਨਾਖ ਦਾ ਅਲੱਗ FPO, ਖਰਬੂਜੇ ਵਾਸਤੇ ਅਸੀਂ ਰੁਪੇਵਾਲ ਅਤੇ ਜਲੰਧਰ, ਨਕੋਦਰ ਦੀ ਜੋ ਬੈਲਟ ਆ, ਇਹ ਸਾਨੂੰ ਨਾ ਇਹੋ ਜਿਹੇ ਕਲਸਟਰ ਸਭ ਤੋਂ ਪਹਿਲਾਂ ਲੱਭਣੇ ਪੈਣੇ ਆ ਵੀ ਅਸੀਂ ਕਿਸ ਕਲਸਟਰ 'ਚ FPO ਬਣਾਉਣਾ ਹੈ। ਇਹ FPO ਕੋਈ ਕੋਆਪਰੇਟਿਵ ਜਿਵੇਂ ਅੱਗੇ ਬਣੇ ਆ ਨਾ ਵੀ ਅੱਖਾਂ ਬੰਦ ਕਰਕੇ ਆਪਾਂ ਇੱਕ ਸੰਸਥਾ ਬਣਾਤੀ ਔਰ ਉਹਨੂੰ ਬਾਅਦ 'ਚ ਚਲਾਉਣ ਦਾ ਯਤਨ ਕਰੀਏ, ਇਹ ਉਹ ਕੰਸੈਪਟ ਨਹੀਂ ਹੈ। ਇਹਦੇ 'ਚ 3-4 ਸਾਲ ਦੀ ਮਿਹਨਤ ਹੈ। ਸਭ ਤੋਂ ਪਹਿਲਾਂ ਕਲਸਟਰ ਨੂੰ ਲੱਭ ਕੇ ਉਸ ਕਲਸਟਰ ਦੀਆਂ ਲੋੜਾਂ ਨੂੰ ਮਹਿਸੂਸ ਕਰਦੇ ਹੋਏ ਜਿਹੜੇ ਕਿਸਾਨ ਉਹੋ ਜਿਹੀ ਖੇਤੀ ਕਰਦੇ, ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਜੋ ਜ਼ਰੂਰੀ ਉਹਨਾਂ ਦੇ ਸੰਸਾਧਨ ਕਹਿ ਲਓ ਜਾਂ ਉਸ ਕੰਮ ਨੂੰ ਕਰਨ ਦੀ ਮਸ਼ੀਨ, ਪਲਾਂਟ, ਜੋ ਵੀ ਉਹਨਾਂ ਨੂੰ ਜ਼ਰੂਰਤ ਹੈ, ਉਹ ਮੁਹੱਈਆ ਕਰਾ ਕੇ ਫਿਰ ਬੈਂਕਾਂ ਵੱਲੋਂ ਉਹਨਾਂ ਨੂੰ ਜੋ ਵੀ 1-1.5 ਕਰੋੜ ਤੱਕ ਦੀ ਕ੍ਰੈਡਿਟ ਲਿਮਿਟ ਹੈ ਉਹ ਦੇਣੀ ਪੈਣੀ ਆ। ਫਿਰ ਜਾ ਕੇ ਸਾਰਾ ਇੱਕ ਕੰਸੈਪਟ ਸਮਝ 'ਚ ਆਉਂਦਾ ਹੈ ਵੀ ਜਿਹਦੇ ਨਾਲ ਅਸੀਂ ਜਿਹੜੀ ਆ ਮੰਡੀ ਦੇ ਉੱਪਰ ਸਾਡੀ ਨਿਰਭਰਤਾ ਹੈ ਕਣਕ, ਝੋਨੇ ਵਾਂਗੂ, ਤਾਂ ਜਾ ਕੇ ਅਸੀਂ ਉਹਦੇ ਤੋਂ ਛੁਟਕਾਰਾ ਪਾ ਸਕਦੇ ਹਾਂ। ਉਸ ਤੋਂ ਥੱਲੇ ਜੇ ਅਸੀਂ ਕੰਮ ਕਰਾਂਗੇ ਨਾ, ਜਿਵੇਂ ਕਹਿੰਦੇ ਆ ਹਾਫ ਹਾਰਟਡ ਕੰਮ ਕਰਾਂਗੇ, ਤਾਂ ਉਹਦੇ ਨਾਲ ਇਹ ਕੰਸੈਪਟ ਚਲਾਉਣੇ ਬਹੁਤ ਮੁਸ਼ਕਿਲ ਹੈ। ਅਤੇ ਦੂਜੇ ਪਾਸੇ ਜਦ ਸਾਡੇ ਸਾਹਮਣੇ ਬਾਕੀ ਸਾਡੇ ਗੁਆਂਢੀ ਸੂਬਿਆਂ ਦੇ ਐਗਜ਼ਾਮਪਲ ਸਾਡੇ ਕੋਲ ਹੈ, ਮੈਂ ਤਾਂ ਬਾਰ-ਬਾਰ ਕਹਿੰਦਾ ਜਿਹੜਾ ਕੰਮ ਇੰਡੀਆ 'ਚ ਕੋਈ ਵੀ ਸੂਬੇ ਦਾ ਕਿਸਾਨ ਕਰ ਸਕਦਾ, ਉਹ ਪੰਜਾਬੀ ਕਿਸਾਨ ਕਿਉਂ ਨਹੀਂ ਕਰ ਸਕਦਾ। ਸਾਡੇ ਕੋਲ ਮਾਡਲ ਆ, ਅਸੀਂ ਉਹਨਾਂ ਤੋਂ ਸਿੱਖ ਕੇ ਕੰਮ ਕਰਨਾ ਹੈ।
ਪਰ ਜ਼ਰੂਰਤ ਹੈ ਇਹਦੇ 'ਚ ਵਿਲ ਪਾਵਰ ਦੀ ਮੈਨੂੰ ਕਿਤੇ ਨਾ ਕਿਤੇ ਘਾਟ ਨਜ਼ਰ ਆਈ ਹੈ ਵੀ ਜਾਂ ਤਾਂ ਪੰਜਾਬ ਸਰਕਾਰ ਨੇ ਇਸ ਮਾਡਲ ਨੂੰ ਹਜੇ ਤੱਕ ਸੀਰੀਅਸ ਲਿਆ ਹੀ ਨਹੀਂ, ਤੇ ਜੇ ਲਿਆ ਤਾਂ ਇਹਦੇ 'ਚ ਲੀਡਰਸ਼ਿਪ ਦੀ ਘਾਟ ਨਜ਼ਰ ਆਈ ਹੈ ਵੀ ਕੋਈ ਇਹਨੂੰ ਲੀਡ ਕਰਨ ਵਾਲਾ ਨਹੀਂ ਹੈ ਗੌਰਮੈਂਟ ਦੇ ਲੈਵਲ ਤੇ। ਪੁਨੀਤ ਜੀ, ਜਦੋਂ ਅੱਜ ਅਸੀਂ ਖੇਤੀ ਬਿੱਲ ਪੜ੍ਹਦੇ ਹਾਂ ਤਾਂ ਸਾਡੇ ਮਨ 'ਚ ਇੱਕੋ ਹੀ ਸਵਾਲ ਆਉਂਦਾ ਹੈ ਕਿ ਬਹੁਤ ਵੱਡੀਆਂ ਜਿਹੜੀਆਂ ਇੰਟਰਨੈਸ਼ਨਲ ਮਲਟੀਨੈਸ਼ਨਲ ਕੰਪਨੀਆਂ ਜਾਂ ਵੱਡੇ ਪੂੰਜੀਪਤੀ ਆ ਕੇ ਪੰਜਾਬ ਦੇ ਵਿੱਚ ਸਾਡੀ ਜ਼ਮੀਨ ਦੇ ਉੱਤੇ ਇਸ ਫਸਲ ਤੋਂ ਉਪਜ ਬਣਾ ਕੇ ਮਹਿੰਗੇ ਭਾਅ 'ਤੇ ਵੇਚਣਗੇ, ਉਦੋਂ ਅਸੀਂ ਉਹ ਮਾਡਲ FPO ਦਾ ਮਾਡਲ ਐਸਟੈਬਲਿਸ਼ ਕਰ ਸਕਦੇ ਹਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪੰਜਾਬ ਦੇ ਕਿਸਾਨ ਖੁਦ ਹੀ ਇਸ ਵੱਲ ਤੁਰਨ ਬਜਾਏ ਕਿ ਅਸੀਂ ਕੰਪਨੀਆਂ ਦੇ ਮੂੰਹ ਵੱਲ ਝਾਕੀਏ? ਬੇਟਾ ਜੀ ਇਹਦੇ 'ਚ ਕੋਈ ਦੋ ਰਾਏ ਨਹੀਂ। ਜਿਹੜੇ ਵੱਡੇ ਬਿਜ਼ਨਸ ਹਾਊਸਿਸ ਹੈ ਉਹ ਪੈਸਾ ਕਮਾਉਣ ਵਾਸਤੇ ਨਵੀਆਂ ਮਾਰਕੀਟ ਲੱਭਦੇ ਆ, ਉਹਨਾਂ ਨੂੰ ਸਸਤਾ ਮਾਲ ਸਪਲਾਈ ਚਾਹੀਦੀ ਹੈ ਤੇ ਇੱਕ ਖਪਤਕਾਰਾਂ ਦੇ ਝੁੰਡ ਚਾਹੀਦੇ ਆ ਜਿੱਥੇ ਉਹ ਆਪਣਾ ਸਮਾਨ ਵੇਚ ਸਕਣ। ਇਹ ਬਾਈ ਡਿਫਾਲਟ ਜੋ ਸਾਡਾ ਰੀਜਨ ਹੈ ਇਹ ਦੋਨੋਂ ਚੀਜ਼ਾਂ ਨੂੰ ਪੂਰੀਆਂ ਕਰਦਾ ਹੈ। ਸਾਨੂੰ ਰॉ ਮਟੀਰੀਅਲ ਦੀ ਸਪਲਾਈ ਵੀ ਅਸ਼ੋਰਡ ਹੋ ਜਾਂਦੀ ਹੈ ਇੱਥੇ, ਤੇ ਇੱਥੇ ਸਾਡੇ ਕੋਲ ਜਿਹੜੀ ਕਿਉਂਕਿ ਆਪਣੀ ਜਿਹੜੀ ਪੇਇੰਗ ਕਪੈਸਿਟੀ ਹੈ ਉਹ ਵੀ ਚੰਗੀ ਹੈ, ਤੇ ਇਸ ਕਰਕੇ ਇੱਥੇ ਦੇਖੋ ਜਿਹੜਾ ਬਾਜ਼ਾਰੀ ਕਰਨਾ ਉਹ ਤਾਂ ਹੋ ਹੀ ਰਿਹਾ। ਔਰ ਇਹਨੂੰ ਜੇ ਅਸੀਂ ਕਹਿ ਲਈਏ ਵੀ ਇਹ ਇਹਨਾਂ ਬਿੱਲਾਂ ਤੋਂ ਪਹਿਲਾਂ ਨਹੀਂ ਸੀਗਾ ਤਾਂ ਉਹ ਵੀ ਗਲਤ ਹੈ। ਇਹ ਤਾਂ ਆਲਰੇਡੀ ਇੱਕ ਪ੍ਰੋਸੈਸ ਜਿਹੜਾ ਹੈਗਾ, ਜੇ ਅਸੀਂ ਪਿਛਲੇ 20-25 ਸਾਲ ਤੋਂ ਲਾ ਲਈਏ ਨਾ 90s ਤੋਂ ਚੱਲ ਹੀ ਰਿਹਾ ਹੈ। ਹੁਣ ਦੇਖਣਾ ਹੈ ਕਿ ਜੋ ਚੀਜ਼ ਸਾਡੇ ਸਾਹਮਣੇ ਪ੍ਰਤੱਖ ਹੈ ਉਸ ਤੋਂ ਡਰਨ ਦੀ ਬਜਾਏ ਸਾਨੂੰ ਆਪਣੇ ਆਪ ਨੂੰ ਆਰਗੇਨਾਈਜ਼ ਕਰਨਾ ਪੈਣਾ ਹੈ। ਜਿਹੋ ਜਿਹੇ ਮਾਡਲ ਬਾਜ਼ਾਰ 'ਚ ਹਾਵੀ ਹੋ ਰਹੇ ਆ, ਜਾਂ ਤਾਂ ਅਸੀਂ ਉਹਨਾਂ ਨੂੰ ਸਮਝ ਕੇ ਉਹਨਾਂ ਦੇ ਅਨੁਸਾਰ ਖੇਤੀ ਕਰੀਏ, ਤੇ ਖੇਤੀ ਦੇ ਨਾਲ ਖੇਤੀ ਜਿਹੜਾ ਐਗਰੀ ਬਿਜ਼ਨਸ ਜਿਹਨੂੰ ਅਸੀਂ ਕਹਿੰਦੇ ਆ ਉਹਦੇ 'ਚ ਮੰਡੀਕਰਨ ਵੀ ਆ, ਉਹਨਾਂ 'ਚ ਫਸਲਾਂ ਦੀ ਸਾਂਭ ਸੰਭਾਲ ਵੀ ਆ, ਉਹਦੇ 'ਚ ਉਹਨਾਂ ਦਾ ਪੈਸੇ ਦਾ ਅਰੇਂਜਮੈਂਟ ਵੀ ਆ। ਜੋ ਵੀ ਇਹਦਾ ਖੇਤੀ ਆਪਣੀ ਉਪਜ ਨੂੰ ਮੰਡੀਕਰਨ ਕਰਨ ਤੱਕ, ਤੇ ਮੰਡੀ ਕਰਨ ਦਾ ਮਤਲਬ ਇਕੱਲਾ ਇਹ ਨਹੀਂ ਹੁੰਦਾ ਵੀ ਅਸੀਂ ਦੁੱਧ ਕਿਸੇ ਘਰ 'ਚ ਸਪਲਾਈ ਕਰਤਾ। ਮੰਡੀ ਕਰਨ ਦਾ ਮਤਲਬ ਹੁੰਦਾ ਬਲਕ ਦੀ ਸਪਲਾਈ ਵੀ ਆ। ਅਸੀਂ ਸਾਡੇ ਕੁਝ ਗਰੁੱਪ ਹੈ ਜਿਹੜੇ ਹਰ ਇੱਕ ਦਿਨ ਛੱਡ ਕੇ 3000 ਲੀਟਰ ਦੁੱਧ ਹੈ ਉਹ ਦਿੱਲੀ ਸਪਲਾਈ ਕਰਦੇ ਆ, ਬਲਕ 'ਚ ਕਰਦੇ ਆ। ਤੇ ਇਹ ਕੰਮ ਕਿਸੇ ਇੱਕ ਜ਼ਿਮੀਦਾਰ ਦਾ ਨਹੀਂ ਹੈ, ਇਹਦੇ 'ਚ ਵੀ ਇੱਕ ਟੀਮ ਹੈ, 40-50 ਜਾਣਿਆਂ ਦੀ ਟੀਮ ਹੈ ਜਿਹੜੇ 5-6 ਹਜ਼ਾਰ ਲੀਟਰ ਦੁੱਧ ਇਕੱਠਾ ਕਰਕੇ ਉਹਦੇ 'ਚ ਕੁਛ ਦੁੱਧ ਜਿਹੜਾ ਹੈਗਾ ਪੈਕਿੰਗ ਕਰਕੇ ਘਰਾਂ 'ਚ ਸਪਲਾਈ ਕਰਦੇ ਆ। ਬਹੁਤਾ ਦੁੱਧ ਜਿਹੜਾ ਬਲਕ 'ਚ ਕਿਸੇ ਤੀਜੀ ਏਜੰਸੀ ਨੂੰ, ਕਿਸੇ ਕੰਪਨੀ ਨੂੰ ਸਪਲਾਈ ਕਰਨਾ ਹੈ। ਦੇਖੋ ਹਰੇਕ ਨੇ ਆਪਣੇ ਆਪਣੇ ਮਾਡਲ ਬਣਾਉਣ ਦੀ ਸਾਨੂੰ ਲੋੜ ਹੈ। ਕੋਈ ਕਿਸੇ ਨੂੰ 2 ਪੈਸੇ ਕਮਾ ਕੇ ਨਹੀਂ ਦੇ ਸਕਦਾ, ਇਹ ਸਾਨੂੰ ਸਮਝਣ ਦੀ ਲੋੜ ਹੈ, ਭਾਵੇਂ ਉਹ ਸਰਕਾਰ ਹੋਵੇ ਤੇ ਭਾਵੇਂ ਉਹ ਕੋਈ ਕੰਪਨੀ ਹੋਵੇ। ਇਹ ਬਿਨਾਂ ਮਰਿਆ ਕਹਿਣਾ ਸਵਰਗ ਜਿਹੜਾ ਜਾਣ ਦਾ ਜਿਹੜਾ ਸੁਪਨਾ ਲੈਣਾ ਨਾ, ਉਹ ਗਲਤ ਹੈ। ਤੇ ਸਾਨੂੰ ਆਪ ਹੀ ਕੁਛ ਕਰਨਾ ਪੈਣਾ, ਤਾਂ ਹੀ ਜਾ ਕੇ ਅਸੀਂ ਆਪਣੀ ਖੇਤੀ ਨੂੰ ਕਾਮਯਾਬ ਕਰ ਸਕਦੇ ਹਾਂ। ਨਹੀਂ ਤਾਂ ਜਿਹੜਾ ਤੁਸੀਂ ਗੱਲ ਕੀਤੀ ਹੈ ਬਿੱਲਾਂ ਦੀ, ਅਸੀਂ ਦੇਖ ਹੀ ਰਹੇ ਹਾਂ ਆਉਣ ਵਾਲਾ ਟਾਈਮ ਬਹੁਤ ਔਖਾ ਹੋ ਸਕਦਾ। ਜੀ ਪੁਨੀਤ ਜੀ, ਇੱਕ ਲਾਸਟ 'ਤੇ ਅਸੀਂ ਗੱਲ ਕਰਾਂਗੇ ਕਿ ਜਦੋਂ ਅਸੀਂ FPO ਬਣਾਉਂਦੇ ਹਾਂ ਤਾਂ ਉਹਦੀ ਪਹਿਲੀ ਸ਼ਰਤ ਕੀ ਹੁੰਦੀ ਹੈ? ਕਿ ਕੋਈ ਆਮ ਵਿਅਕਤੀ ਜਾਂ ਖਾਸ ਤੌਰ 'ਤੇ ਕਿਸਾਨ ਹੀ FPO ਬਣਾ ਸਕਦਾ, ਮੈਂਬਰ ਬਣ ਸਕਦਾ ਹੈ? ਔਰ ਸਰਕਾਰ ਵੱਲੋਂ ਮੈਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ 5 ਸਾਲ ਤੱਕ ਆਮਦਨ ਕਰ ਟੈਕਸ ਦੀ ਜਿਹੜੀ ਛੋਟ ਵੀ FPO ਨੂੰ ਮਿਲ ਰਹੀ ਹੈ। ਕਿੰਨੀ ਗੱਲ ਸੱਚਾਈ ਹੈ ਜੀ? ਕਾਫੀ ਸੱਚ ਹੈ, ਪੂਰੀ ਗੱਲ ਹੀ ਸੱਚ ਹੀ ਹੈ ਜੀ। ਦੇਖੋ ਫਾਰਮਰ ਪ੍ਰੋਡਿਊਸਰ ਕੰਪਨੀ ਅਸੀਂ ਇਹਨੂੰ ਕਹਿੰਦੇ ਹਾਂ, ਕਿਸਾਨ ਉਤਪਾਦਕ ਸੰਗਠਨ। ਹੁਣ ਫਾਰਮਰ ਪ੍ਰੋਡਿਊਸਰ ਕੰਪਨੀ 'ਚ 3 ਲਫ਼ਜ਼ ਇਹਨਾਂ ਨੇ ਲਏ ਆ, ਫਾਰਮਰ, ਪ੍ਰੋਡਿਊਸਰ ਅਤੇ ਕੰਪਨੀ। ਇਹ ਕਈ ਵਾਰ ਸਵਾਲ ਆਉਂਦਾ ਵੀ ਫਾਰਮਰ ਤੇ ਪ੍ਰੋਡਿਊਸਰ 'ਚ ਕੀ ਫਰਕ ਹੈ? ਦੇਖੋ ਜਿਹੜਾ ਪ੍ਰੋਡਿਊਸਰ ਕੋਈ ਸਬਜ਼ੀ ਦੀ ਪੈਦਾਵਾਰ ਕਰ ਰਿਹਾ ਜਾਂ ਕੋਈ ਝੋਨਾ ਲਾ ਰਿਹਾ, ਕਣਕ ਝੋਨੇ ਦੀ ਜੇ ਪੈਦਾਵਾਰ ਲੈ ਰਿਹਾ, ਜਿਹੜਾ ਹਰ ਪ੍ਰੋਡਿਊਸਰ ਹੈ ਉਹ ਤਾਂ ਕਿਸਾਨ ਪੱਕਾ ਹੀ ਹੈ। ਉਹਦੇ 'ਚ ਤਾਂ ਸਾਨੂੰ ਕੋਈ ਸ਼ੱਕ ਹੀ ਨਹੀਂ ਗਾ ਵੀ ਜੋ ਖੇਤੀ ਕਰ ਰਿਹਾ, ਜੋ ਪੈਦਾਵਾਰ ਲੈਣ ਵਾਲਾ ਹਰ ਬੰਦਾ ਕਿਸਾਨ ਹੈ। ਪਰ ਕੀ ਹਰ ਕਿਸਾਨ ਪੈਦਾਵਾਰ ਕੁਛ ਨਾ ਕੁਛ ਕਰ ਰਿਹਾ ਜਾਂ ਨਹੀਂ? ਬਹੁਤ ਸਾਰੇ ਸਾਡੇ ਕਿਸਾਨ ਇਹੋ ਜਿਹੇ ਜਿਹਨਾਂ ਨੇ ਜ਼ਮੀਨ ਠੇਕੇ 'ਤੇ ਦਿੱਤੀ, ਉਹ ਸ਼ਹਿਰਾਂ 'ਚ ਉਹਨਾਂ ਦੀ ਵਸੋਂ ਹੈ, ਕੋਈ ਨੌਕਰੀ ਕਰ ਰਿਹਾ, ਕੋਈ ਕੰਮ ਕਰ ਰਿਹਾ, ਕੋਈ ਕਿਸੇ ਐਬਸੈਂਟੀ ਫਾਰਮਰ ਹੈ। ਸੋ ਇਹਦੇ 'ਚ ਪੈਦਾਵਾਰ ਲੈਣ ਵਾਲਾ ਜੋ ਕਿਸਾਨ ਉਹਦੀ ਪਛਾਣ ਕੀਤੀ ਜਾਂਦੀ ਹੈ ਵੀ ਠੀਕ ਹੈ ਉਹ ਜ਼ਮੀਨ ਦਾ ਮਾਲਕ ਤਾਂ ਹੈ, ਪਰ ਕੀ ਉਹ ਕੋਈ ਨਾ ਕੋਈ ਕਿਸੇ ਨਾ ਕਿਸੇ ਉਪਜ ਦੀ ਪੈਦਾਵਾਰ ਲੈ ਰਿਹਾ ਜਾਂ ਨਹੀਂ? ਉਹ ਉਪਜ ਕੋਈ ਵੀ ਹੋ ਸਕਦੀ ਹੈ, ਉਹ ਬੇਸ਼ੱਕ ਡੇਅਰੀ ਫਾਰਮਿੰਗ ਹੋ ਸਕਦੀ ਹੈ, ਉਹ ਪਿਗ ਫਾਰਮਿੰਗ ਦਾ ਕੰਮ ਕਰ ਸਕਦਾ ਹੈ, ਉਹ ਪੋਲਟਰੀ ਦਾ ਕੋਈ ਕੰਮ ਬੇਸ਼ੱਕ ਕਰ ਰਿਹਾ ਹੋਵੇ। ਉਸ ਪ੍ਰੋਡਿਊਸਰ ਨੂੰ ਪਛਾਣ ਕੇ ਘੱਟੋ ਘੱਟ 10 ਇਹੋ ਜਿਹੇ ਜਿਹੜੇ ਪ੍ਰੋਡਿਊਸਰ ਹੈ ਉਹਨਾਂ ਦੀ ਪਛਾਣ ਕਰਕੇ, ਔਰ ਉਹਨਾਂ ਦੇ ਕੁਛ ਬਕਾਇਦਾ ਸਰਟੀਫਿਕੇਟ ਬਣਦੇ ਆ ਜਿਨ੍ਹਾਂ ਦੀ ਤਸਦੀਕ ਜੋ ਜ਼ਿਲ੍ਹੇ ਦਾ ਉਹਨਾਂ ਦਾ ਸੰਬੰਧਿਤ ਅਧਿਕਾਰੀ ਹੈ, ਖੇਤੀਬਾੜੀ ਅਧਿਕਾਰੀ, ਉਹ ਕਰਦੇ ਆ। ਉਸ ਤੋਂ ਬਾਅਦ ਇਸ ਕੰਪਨੀ ਦੀ ਜਿਹੜੀ ਕੰਪਨੀ ਐਕਟ 'ਚ ਰਜਿਸਟ੍ਰੇਸ਼ਨ ਕਰਕੇ ਜਿਹੜਾ ਇਹਦਾ ਕਾਰੋਬਾਰ ਹੈ ਉਹ ਸ਼ੁਰੂ ਕੀਤਾ ਜਾਂਦਾ, ਜਿਹਦੇ 'ਚ
18 ਲੱਖ ਰੁਪਏ ਦੀ ਹੁਣ ਜੋ ਜਿਹੜੀ ਭਾਰਤ ਸਰਕਾਰ ਦੀ ਮੈਂ ਸਕੀਮ ਦੀ ਜੇ ਗੱਲ ਕਰਾਂ ਤੇ ਉਹਨਾਂ ਨੇ 18 ਲੱਖ ਰੁਪਇਆ ਇਸ FPO ਦੇ ਦਫ਼ਤਰ ਖੋਲਣ ਵਾਸਤੇ, ਉਹਦੇ 'ਚ ਮੈਨੇਜਰ ਰੱਖਣ ਵਾਸਤੇ, ਇੱਕ ਅਕਾਊਂਟੈਂਟ ਰੱਖਣ ਵਾਸਤੇ, ਇਹ ਸਾਰੇ ਜਿਹੜੇ ਉਹਨਾਂ ਨੇ ਖਰਚੇ ਆ ਤਕਰੀਬਨ 18 ਲੱਖ ਰੁਪਏ ਦੇ ਖਰਚੇ 3 ਸਾਲ ਤੱਕ ਦੇਣੇ ਆ। ਉਸ ਤੋਂ ਬਾਅਦ ਜੇ FPO ਕੋਈ ਕੰਮ ਕਰਦਾ ਹੈ ਸਾਡੇ, ਮੰਨ ਲਓ, ਕਿਉਂਕਿ ਸਾਡੀਆਂ ਜ਼ਿਆਦਾਤਰ ਜਿਹੜੀਆਂ ਖੇਤੀ ਦੀਆਂ ਜਿਹੜੀਆਂ ਜਿਣਸਾਂ ਨੇ ਉਹ 0% GST ਤੇ ਆਉਂਦੀਆਂ ਨੇ। ਮੰਨ ਲਓ ਜੇ ਅਸੀਂ ਉਹਦੇ 'ਚ ਕੋਈ ਪ੍ਰੋਫਿਟ ਕਮਾਉਂਦੇ ਹਾਂ, ਅਸੀਂ ਬਿਲਿੰਗ ਕੀਤੀ, ਅੱਗੇ ਦੁੱਧ ਵੇਚਿਆ, ਸਾਡਾ ਵੇਰਕਾ ਨੂੰ ਜੇ ਦੁੱਧ ਅਸੀਂ ਮੰਨ ਲਓ ਦਿੰਦੇ ਹਾਂ 28-30 ਰੁਪਏ, ਰਿਟੇਲ ਅਸੀਂ 40-45 ਕਰਦੇ ਹਾਂ, ਓਬਵੀਅਸਲੀ ਉਹਦੇ 'ਚ ਕੁਛ ਨਾ ਕੁਛ ਸਾਡਾ 5-7 ਰੁਪਏ ਦਾ ਕੁਛ ਨਾ ਕੁਛ ਮਾਰਜਨ ਬਚੂਗਾ। ਜੇ ਸਾਲ ਦੇ ਅਖੀਰ 'ਚ ਜਾ ਕੇ ਮੰਨ ਲਓ ਸਾਡਾ 30-35 ਲੱਖ ਰੁਪਇਆ ਇਸ ਕੰਪਨੀ 'ਚ ਕੋਈ ਪ੍ਰੋਫਿਟ ਬਚਦਾ ਹੈ, ਤਾਂ ਕੰਪਨੀ ਐਕਟ ਨੇ ਸਾਨੂੰ 5 ਸਾਲ ਤੱਕ ਇੱਕ ਆਪਸ਼ਨ ਦਿੱਤੀ ਹੈ ਵੀ ਉਹਦਾ ਜੋ ਇਨਕਮ ਟੈਕਸ ਹੈ ਉਹ ਮਾਫ ਹੈ 100 ਕਰੋੜ ਦੀ ਟਰਨਓਵਰ ਤੱਕ। ਉਹ ਇੱਕ ਕਾਫੀ ਚੰਗੀ ਇੱਕ ਮੈਂ ਕਹਿ ਸਕਦਾ ਹੈ ਫੈਸਿਲਿਟੀ ਹੈ ਜਿਹਦਾ ਸਾਨੂੰ ਫਾਇਦਾ ਚੱਕਣਾ ਚਾਹੀਦਾ। ਜੀ ਪਨੀਤ ਜੀ, ਅੰਤ ਵਿੱਚ ਸਾਡੇ ਸੁਣਨ ਵਾਲੇ ਨੂੰ ਕੀ ਸੁਨੇਹਾ ਦਿਓਗੇ ਤਾਂ ਜੋ ਉਹ ਤੁਹਾਡੇ ਇਸ ਤਜਰਬੇ ਦਾ, FPO ਦੇ ਕੰਸੈਪਟ ਦਾ ਉਹ ਫਾਇਦਾ ਲੈਣ ਤੇ ਉਹ ਆਪਣੀਆਂ ਅੱਖਾਂ, ਕੰਨ, ਨੱਕ ਖੋਲ੍ਹ ਕੇ ਰੱਖਣ ਤਾਂ ਜੋ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਉਹਨਾਂ ਦੇ ਫਾਇਦੇ ਲਈ ਹੈ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹਦੇ ਲਈ ਕਿਸਾਨ ਆਪਣੀ ਆਮਦਨ ਜਿਹੜੀ ਹੈ ਉਹਦੇ 'ਚ ਇਜ਼ਾਫਾ ਕਰ ਸਕੇ? ਬੇਟਾ ਜੀ, ਸਾਡੇ ਦੇਖੋ ਜਿੰਨੇ ਸਰੋਤੇ ਆ ਤੇ ਖਾਸ ਕਰ ਜੋ ਕਿਸਾਨ ਵੀਰ ਆ ਬੜੇ ਜਾਗਰੂਕ ਹੈ ਤੇ ਪੂਰੀ ਦੁਨੀਆ ਨਾਲ ਜੁੜੇ ਹੋਏ ਆ। ਸੁਨੇਹਾ ਤੇ ਮੈਂ ਇਹੀ ਦੇਣਾ ਚਾਹੂੰਗਾ ਵੀ ਕੋਈ ਜੋ ਵੀ ਆਪਾਂ ਗੱਲਾਂ ਕੀਤੀਆਂ FPO ਬਾਰੇ, ਪ੍ਰੋਡਿਊਸਰ ਆਰਗੇਨਾਈਜੇਸ਼ਨ ਬਾਰੇ, ਇਹ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਇੱਕ ਚੱਲ ਰਿਹਾ ਮਾਡਲ ਹੈ। ਭਾਵੇਂ ਗੱਲ ਅਸੀਂ ਯੂਰਪ ਦੀ ਕਰੀਏ, ਹਾਲੈਂਡ ਵਰਗੇ ਮੁਲਕ ਸਾਡੇ ਤੋਂ 100 ਸਾਲ ਪਹਿਲਾਂ ਇਹੋ ਜਿਹੀਆਂ ਆਰਗੇਨਾਈਜੇਸ਼ਨ ਬਣਾ ਚੁੱਕੇ ਆ। ਉਹ ਐਕਸਪਰਟ ਸਾਡੇ ਕੋਲ ਆ ਕੇ ਸਾਡੀਆਂ ਹੁਣ ਇਹਨਾਂ FPO 'ਚ ਰਹਿ ਕੇ ਸਾਨੂੰ 15-15, 20-20 ਦਿਨ ਲਾ ਕੇ ਸਾਨੂੰ ਸਮਝਾ ਕੇ ਗਏ ਆ। ਇੱਦਾਂ ਹੀ ਆਸਟ੍ਰੇਲੀਆ 'ਚ ਵੀ ਡੇਅਰੀ ਵਾਲਿਆਂ ਨੇ ਇਹੋ ਜਿਹੀਆਂ ਆਰਗੇਨਾਈਜੇਸ਼ਨਾਂ ਬਣਾਈਆਂ। ਭਾਰਤ ਤੋਂ ਬਾਹਰ ਦੀ ਗੱਲ ਕਰ ਲਓ, ਭਾਰਤ ਦੇ ਦੇਸ਼ ਦੇ ਅੰਦਰ ਦੀ ਗੱਲ ਕਰ ਲਈਏ, ਮਹਾਰਾਸ਼ਟਰ ਤਾਂ ਲੀਡ ਕਰ ਰਿਹਾ। ਮਹਾਰਾਸ਼ਟਰ ਵਰਗਾ ਤਾਂ ਮੈਨੂੰ ਲੱਗਦਾ ਮਾਡਲ ਉਹਦੇ ਤਾਂ ਹਜੇ ਅਸੀਂ ਲਾਗੇ ਤਾਗੇ ਵੀ ਨਹੀਂ ਕੋਆਪਰੇਟਿਵ ਦੇ ਵਿੱਚ। ਗੁਜਰਾਤ ਵਾਲਿਆਂ ਨੇ, ਕਰਨਾਟਕਾ ਨੇ, ਔਰ ਫਿਰ ਹੁਣ ਸਾਡੇ ਗੁਆਂਢ 'ਚ ਹਰਿਆਣੇ ਨੇ ਇੰਨਾ ਕੁ ਕੰਮ ਕਰਤਾ ਵੀ ਸਾਡੇ ਸਾਹਮਣੇ ਇੱਕ ਸਵਾਲੀਆ ਨਿਸ਼ਾਨ ਲੱਗ ਗਿਆ ਵੀ ਅਸੀਂ ਕੋਆਪਰੇਟਿਵ ਵਾਲੇ ਪਾਸੇ ਜਿੱਥੇ ਅਸੀਂ ਇੰਨੀਆਂ ਮੱਲਾਂ ਮਾਰੀਆਂ ਦੁਨੀਆ ਭਰ ਦੇ ਕੰਮਾਂ 'ਚ, ਸਾਡੇ ਸਾਹਮਣੇ ਇੱਕ ਇਹ ਸਵਾਲ ਹੁਣ ਲੱਗਿਆ, ਜੇ ਅਸੀਂ ਆਪਣੀ ਖੇਤੀ ਨੂੰ ਬਚਾਉਣਾ ਹੈ ਜਾਂ ਤਾਂ ਅਸੀਂ ਇਕੱਲੇ ਆਪਣੀ ਜਿਹੜੀ ਸਕਸੈਸ ਆ ਉਹਨੂੰ ਉਤਸ਼ਾਹਿਤ ਕਰਦੇ ਰਹੀਏ ਜਿਵੇਂ ਕੀਤਾ ਜਾਂਦਾ ਹੈ। ਸਾਡੇ PAU ਦੇ ਕਿਸਾਨ ਮੇਲਿਆਂ 'ਚ ਅਸੀਂ ਇਕੱਲੇ ਕਿਸਾਨ ਨੂੰ ਸਨਮਾਨਿਤ ਕਰਦੇ ਹਾਂ। ਉਹ ਅਸੀਂ ਇੱਕ ਮੈਸੇਜ ਇਹ ਦੇ ਰਹੇ ਹਾਂ ਵੀ ਅਸੀਂ ਨਿੱਜੀ ਜਿਹੜੀ ਸਕਸੈਸ ਹੈ ਅਸੀਂ ਉਹਨੂੰ ਉਤਸ਼ਾਹ ਜ਼ਿਆਦਾ ਦੇ ਰਹੇ ਹਾਂ। ਜਦ ਕਿ ਜਿਹੜੀ ਸਾਡੀ ਛੋਟੀ, ਇੱਕ ਪਾਸੇ ਆਪਾਂ ਗੱਲ ਕਰਦੇ ਹਾਂ ਛੋਟੀ ਖੇਤੀ ਦੀ, ਤੇ ਛੋਟੀ ਖੇਤੀ ਵਾਸਤੇ ਆਪਾਂ ਹਰੇਕ ਸੈਮੀਨਾਰ 'ਚ ਗੱਲ ਕਰਦੇ ਹਾਂ ਵੀ ਜਦ ਤੱਕ ਅਸੀਂ ਇਕੱਠੇ ਨਹੀਂ ਹੁੰਦੇ, ਈਵਨ ਕਿਸਾਨ ਯੂਨੀਅਨਾਂ ਸਾਡੀਆਂ 30-31 ਜਿਹੜੀਆਂ ਕਿਸਾਨ ਯੂਨੀਅਨਾਂ ਉਹਨਾਂ ਨੂੰ ਵੀ ਸੰਘਰਸ਼ ਵਾਸਤੇ ਇਕੱਠਾ ਹੋਣਾ ਪਿਆ, ਤਾਂ ਕੀ ਸਾਨੂੰ ਖੇਤੀ ਵਾਸਤੇ ਇਕੱਠੇ ਹੋਣ ਦੀ ਲੋੜ ਨਹੀਂ ਹੈ? ਤੇ ਜੇ ਸਾਨੂੰ ਇਕੱਠੇ ਹੋਣ ਦੀ ਲੋੜ ਆ ਫਿਰ ਸਾਡੇ ਜਿਹੜੀਆਂ ਪਾਲਿਸੀਆਂ ਉਹ ਇਹੋ ਜਿਹੀਆਂ ਕਿਉਂ ਬਣ ਰਹੀਆਂ ਵੀ ਜਿੱਥੇ ਸਾਨੂੰ ਸਿਰਫ ਕੱਲਿਆਂ ਰੱਖ ਕੇ ਹੀ ਰਾਜਨੀਤੀ ਦਾ ਮੰਤਵ ਪੂਰਾ ਹੋ ਰਿਹਾ, ਕੱਲੇ ਰੱਖ ਕੇ ਸਾਨੂੰ ਬੈਨੀਫਿਟ ਦਿੱਤੇ ਜਾ ਰਹੇ ਆ। ਸਾਨੂੰ ਲੋੜ ਹੈ ਇੱਕ ਸਾਂਝ ਬਣਾਉਣ ਦੀ, ਔਰ ਸਾਂਝ ਤਾਂ ਬਣਦੀ ਹੈ ਜੇ ਉਹਦੇ ਅਨੁਸਾਰ ਇੱਕ ਚੰਗੀ ਪਾਲਿਸੀ ਬਣੇ। ਔਰ ਨਾ ਤਾਂ ਸਾਨੂੰ ਪਾਲਿਸੀ ਦਿੱਤੀ ਜਾ ਰਹੀ ਹੈ, ਨਾ ਅਸੀਂ ਪਾਲਿਸੀ ਬਾਰੇ ਕਦੇ ਕੋਈ ਮੰਗ ਕੀਤੀ ਆ। ਮੇਰਾ ਸੁਨੇਹਾ ਸੁਣਨ ਵਾਲੇ ਮੇਰੇ ਵੀਰਾਂ ਭੈਣਾਂ ਨੂੰ ਇਹੀ ਹੈ, ਜਿਹੜੇ ਵੀ ਮੰਚ ਤੇ ਅਸੀਂ ਕੋਈ ਸੰਘਰਸ਼ ਦੀ ਗੱਲ ਕਰਦੇ ਹਾਂ, ਕੋਈ ਮੰਗ ਰੱਖਦੇ ਹਾਂ, ਉੱਥੇ ਇਹ ਮੰਗ ਵੀ ਨਾਲ ਰੱਖੋ ਵੀ ਬਾਕੀ ਸੂਬੇ ਜੇ ਸਾਨੂੰ 90% ਸਬਸਿਡੀ ਦੇ ਰਹੇ ਆ ਤਾਂ ਪੰਜਾਬ ਨੇ ਕਦੋਂ ਦੇਣੀ ਹੈ? ਮੈਨੂੰ ਲੱਗਦਾ ਜਦੋਂ ਸਾਡੀਆਂ ਮੰਗਾਂ ਸਹੀ ਹੋ ਗਈਆਂ ਕੁਛ ਨਾ ਕੁਛ ਸਾਡੇ ਕਲਸਟਰ ਲੈਵਲ ਤੱਕ, ਖੇਤ ਲੈਵਲ ਤੱਕ ਪਹੁੰਚਣਾ ਸ਼ੁਰੂ ਹੋ ਜਾਊਗਾ। ਜੀ ਬਹੁਤ ਸ਼ੁਕਰੀਆ ਪਨੀਤ ਜੀ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ। ਪਨੀਤ ਸਿੰਘ ਥਿੰਦ ਜਿਹੜੇ ਇਥੋਪੀਆ ਵਿੱਚ ਖੇਤੀ ਕਰਦੇ ਰਹੇ, ਹੁਣ FPO ਚਲਾਉਂਦੇ ਨੇ ਔਰ ਪਿਛਲੇ ਲੰਬੇ ਸਮੇਂ ਤੋਂ ਨਬਾਰਡ ਤੋਂ ਮਦਦ ਲੈ ਕੇ ਕਿਸਾਨਾਂ ਦਾ ਸਮੂਹ ਬਣਾ ਕੇ ਕਿਸਾਨਾਂ ਨੂੰ ਜਿੱਥੇ ਰੁਜ਼ਗਾਰ ਵੀ ਦੇ ਰਹੇ ਨੇ, ਉੱਥੇ ਇਹ ਉਹਨਾਂ ਦੀ ਉਪਜ ਦਾ ਉਤਪਾਦ ਬਣਾ ਕੇ ਵੱਡੇ ਪੱਧਰ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਵੇਚ ਰਹੇ ਨੇ ਤੇ ਨੈਸ਼ਨਲ ਮਾਰਕੀਟ ਦੇ ਵਿੱਚ ਵੀ ਵੇਚ ਰਹੇ ਨੇ। ਪਨੀਤ ਜੀ, ਕਿੰਨੇ ਜਿਹੜੇ ਲੋਕਾਂ ਨੂੰ ਤੁਸੀਂ ਰੁਜ਼ਗਾਰ ਦਿੱਤਾ? ਅੰਤ ਵਿੱਚ ਕੋਈ ਪ੍ਰਸ਼ਨ? ਮੈਂ ਇੱਕ ਆਖਰੀ ਗੱਲ ਜੋ ਦੱਸਣੀ ਹੈ ਭੁੱਲ ਗਿਆ ਕਿ ਜਦੋਂ ਅਸੀਂ ਕੁਛ ਹਰਿਆਣੇ ਜਿਵੇਂ ਮੈਂ ਦੱਸਿਆ FPO ਬਣੇ ਸੀ, ਪੰਜਾਬ 'ਚ ਫਿਰ ਨਬਾਰਡ ਨਾਲ ਅਸੀਂ FPO ਬਣਾਏ। ਸਾਨੂੰ, ਮੈਂ ਆਪਣੇ ਤੌਰ ਤੇ ਕਹਾਂ, ਜਿਹੜੀ ਟੀਮ ਨਾਲ ਅਸੀਂ ਕੰਮ ਕਰ ਰਹੇ ਸੀਗੇ ਤੇ ਸਾਨੂੰ ਇੱਕ ਜ਼ਰੂਰਤ ਮਹਿਸੂਸ ਹੋਈ, ਖਾਸ ਕਰ ਜਦੋਂ ਕਿਸੇ ਦਿੱਲੀ ਵਰਗੀ ਮੀਟਿੰਗ 'ਚ ਅਸੀਂ ਜਾ ਕੇ ਬਹਿੰਦੇ ਸੀ ਤਾਂ ਉੱਥੇ ਨਾ ਅੱਡ ਸਟੇਟਸ ਨੇ ਆਪਣੇ FPO ਦੇ ਫੈਡਰੇਸ਼ਨ ਬਣਾਏ ਹੋਏ ਆ। ਉਹਦੇ 'ਚ ਸਭ ਤੋਂ ਜ਼ਿਆਦਾ ਜਿਹੜੇ ਫੈਡਰੇਸ਼ਨ, ਜਿਵੇਂ ਮਹਾ FPO ਮਹਾਰਾਸ਼ਟਰ ਨੇ ਬਣਾ ਲਈ, ਉਹ ਇੱਕ FPO ਦਾ ਮਹਾਸੰਗਠਨ ਸੀਗਾ।
ਗੁਜਰਾਤ ਨੇ ਗੁਜਬੋ FPO ਫੈਡਰੇਸ਼ਨ ਬਣਾਈ, ਰਾਜਸਥਾਨ ਨੇ ਵੀ ਆਪਣੀ ਫੈਡਰੇਸ਼ਨ ਬਣਾਈ ਹੋਈ ਸੀ, ਮੱਧ ਪ੍ਰਦੇਸ਼ 'ਚ ਵੀ ਮੱਧ ਭਾਰਤ ਇੱਕ ਫੈਡਰੇਸ਼ਨ ਕਰਕੇ ਸੀ FPO ਦੀ। ਤੇ ਏਦਾਂ ਹੀ ਜਿਹੜੇ ਸਾਊਥ ਵਾਲੇ ਜਦੋਂ ਵੀ FPO ਦੇ ਫੈਡਰੇਸ਼ਨ ਆਉਂਦੇ ਸੀ ਤਾਂ ਸਾਨੂੰ ਬਹੁਤ ਉੱਥੇ ਬੁਰਾ ਲੱਗਦਾ ਸੀਗਾ ਵੀ ਯਾਰ ਅਸੀਂ ਤਾਂ ਨਾ 3 'ਚ ਨਾ 13 'ਚ। ਫਿਰ ਅਸੀਂ ਇੱਕ ਔਰ ਸਰਕਾਰਾਂ ਵੱਲ ਨਾ ਦੇਖ ਕੇ ਅਸੀਂ ਕੁਛ FPO 73 FPO ਸੀਗੇ ਜਿਨ੍ਹਾਂ ਨੇ ਅਸੀਂ ਇੱਕ ਫੈਸਲਾ ਲਿਆ, ਉਹਦੇ 'ਚ ਅਸੀਂ ਨਾਰਦਰਨ ਫਾਰਮਰ ਮੈਗਾ FPO, ਕਿਉਂਕਿ ਸਾਡੇ ਜਿਹੜੇ ਸੂਬੇ ਆ ਪੰਜਾਬ ਹਰਿਆਣਾ ਇੱਕ ਛੋਟੇ ਸੂਬੇ ਸੀ ਉਹਨਾਂ ਦੇ ਮੁਕਾਬਲੇ ਆ, ਔਰ ਸਾਡੇ ਕੋਲ ਐਕਟਿਵ ਜਿਹੜੇ ਆ 30 40 FPO ਜ਼ਿਆਦਾ ਸੀਗੇ ਜਿਹੜੇ ਐਕਟਿਵ ਸੀਗੇ ਇਹਦੇ 'ਚ ਆ ਸਕਦੇ ਸੀ। ਅਸੀਂ ਚੰਡੀਗੜ੍ਹ 'ਚ ਜ਼ੀਰਕਪੁਰ 'ਚ ਹੁਣ ਇਹਦਾ ਦਫ਼ਤਰ ਸ਼ੁਰੂ ਕੀਤਾ ਹੈ, ਨਾਰਦਰਨ ਫਾਰਮਰ ਮੈਗਾ FPO, ਜਿਹਦੇ 'ਚ ਸਾਡਾ ਮਕਸਦ ਇਹ ਸੀਗਾ ਵੀ ਪੰਜਾਬ ਹਰਿਆਣਾ 'ਚ ਜਿਹੜੇ ਐਕਟਿਵ FPO ਬਣੇ ਹੋਏ ਆ ਉਹ ਇੱਕ ਦੂਜੇ ਤੋਂ ਸਿੱਖਣ। ਦੇਖੋ ਅਸੀਂ ਵੰਡੇ ਹੋਏ ਆ, ਕੁਛ ਪੰਜਾਬ 'ਚ ਕੰਮ ਹੋ ਰਿਹਾ, ਕੁਛ ਹਰਿਆਣੇ 'ਚ ਹੋ ਰਿਹਾ, ਤੇ ਸਾਡਾ ਇੱਕ ਮਕਸਦ ਇਹ ਸੀਗਾ ਵੀ ਚਲੋ ਪੰਜਾਬ ਹਰਿਆਣੇ ਨੂੰ ਤਾਂ ਇਕੱਠਾ ਕਰੋ, ਜੇ ਅਸੀਂ ਬਾਕੀ ਦੇਸ਼ ਦਾ ਮੁਕਾਬਲਾ ਕਰਨਾ ਹੈ ਤਾਂ ਘੱਟੋ ਘੱਟ ਸਾਨੂੰ ਇਕੱਠੇ ਆਉਣਾ ਪੈਣਾ ਹੈ। ਮੈਂ ਇੱਥੇ ਫੇਰ ਐਗਜ਼ਾਮਪਲ ਦਊਂਗਾ, ਜਿਹੜੀ ਸਾਡੇ ਬਿੱਲਾਂ ਦਾ ਜਿਹੜਾ ਵਿਰੋਧ ਹੋ ਰਿਹਾ, ਤੁਸੀਂ ਦੇਖੋ ਜਿਹੜੀਆਂ ਕਿਸਾਨ ਯੂਨੀਅਨਾਂ ਪੰਜਾਬ 'ਚ ਕੰਮ ਕਰ ਰਹੀਆਂ, ਹਰਿਆਣੇ 'ਚ ਕੰਮ ਕਰ ਰਹੀਆਂ, ਕਿਉਂਕਿ ਸਾਡਾ ਜਿਹੜਾ ਖੇਤੀ ਦਾ ਸਿਸਟਮ ਹੈ ਇੱਕ ਦੂਜੇ ਨਾਲ ਬਹੁਤ ਰਲਦਾ ਮਿਲਦਾ ਹੈ, ਔਰ ਕਦੇ ਇੱਕ ਹੀ ਸਟੇਟ ਸੀਗਾ, ਇਹ ਤਾਂ ਹੁਣ ਚਲੋ ਰਾਜਨੀਤੀ ਕਾਰਨਾਂ ਕਰਕੇ ਬੇਸ਼ੱਕ ਵੱਖ ਹੋ ਗਿਆ। ਅਸੀਂ ਉਸੇ ਚੀਜ਼ ਨੂੰ ਪਿਛਲੇ ਸਾਲ ਇਕੱਠਿਆਂ ਕਰਕੇ ਇਹ ਨਾਰਦਰਨ ਫਾਰਮਰ ਮੈਗਾ FPO ਬਣਾਈ ਹੈ, ਜਿਹਦੇ 'ਚ 73 FPO ਹੈ। 73 FPO 'ਚ ਬਹੁਤੇ FPO ਜਿਨ੍ਹਾਂ ਦੇ ਆਪ ਦੇ ਦਫ਼ਤਰ ਹੈ, ਉਹਨਾਂ ਦੇ ਦਫ਼ਤਰ 'ਚ ਜਿਵੇਂ ਤੁਸੀਂ ਇੰਪਲੋਇਮੈਂਟ ਬਾਰੇ ਪੁੱਛਿਆ, ਮੈਂ ਤਾਂ ਇਹ ਸਾਰੀ ਗੱਲ ਦੱਸ ਰਿਹਾ ਵੀ ਇੰਪਲੋਇਮੈਂਟ ਕਿਵੇਂ ਜਨਰੇਟ ਹੁੰਦਾ ਹੈ। ਹੁਣ 73 FPO 'ਚ ਅਸੀਂ 30 40 FPO ਇਹੋ ਜਿਹੇ ਆ ਜਿਹੜੇ ਬਿਲਕੁਲ ਐਕਟਿਵ ਆ, ਜਿਨ੍ਹਾਂ ਦੇ ਆਪ ਦੇ ਦਫ਼ਤਰ 'ਚ ਕੰਮ ਕਰਨ ਵਾਲੇ 1 ਜਾਂ 2 ਜਣੇ ਦਾ ਸਟਾਫ, ਉਹਨਾਂ ਦੀ ਜਿਹੜੀ ਖਰੀਦ, ਜੋ ਵੀ ਉਹਨਾਂ ਦੀ ਖਰੀਦ ਫਰੋਖਤ ਹੈ, ਚਾਹੇ ਅਸੀਂ ਫਰਟੀਲਾਈਜ਼ਰ ਖਾਦ ਦੀ ਗੱਲ ਕਰੀਏ, ਰੇਹ ਸਪਰੇਅ ਦਵਾਈਆਂ ਦੀ ਗੱਲ ਕਰੀਏ, ਜੋ ਵੀ ਉਹਦੀ ਖਰੀਦ ਦਾ ਸਿਸਟਮ ਹੈ ਅਸੀਂ ਇੱਕ ਦਫ਼ਤਰ 'ਚੋਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਅਸੀਂ ਬੈਗ ਦਾ ਪਹਿਲਾਂ ਰੇਟ ਦਿੰਦੇ ਸੀ, ਹੁਣ ਅਸੀਂ 2 4 ਇੱਕ FPO ਦੇ ਟਰੱਕ ਲੋਡ ਹੈ ਉਹਨਾਂ ਦੀ ਗੱਲ ਕਰਦੇ ਹਾਂ। ਜੇ ਕਿਸੇ ਨੂੰ ਆਪਣੇ ਕੈਟਲ ਫੀਡ ਦੀ ਲੋੜ ਆ, ਕਿਉਂਕਿ ਆਪਾਂ ਬਾਜ਼ਾਰ 'ਚ ਜਾਂਦੇ ਹਾਂ, ਇੱਕ ਬੋਰੀ ਰਿਟੇਲ ਦੀ ਰੇਟ ਤੋਂ ਆਪਾਂ ਫੀਡ ਦੀ ਲੈ ਕੇ ਆਉਂਦੇ ਹਾਂ, ਇੱਥੇ ਅਸੀਂ ਗੱਲ ਕਰਦੇ ਹਾਂ ਵੀ ਜਿਹੜੇ ਫੀਡ ਮਿਲਰ ਆ ਉਹਨਾਂ ਕੋਲ ਸਾਰੀਆਂ FPO ਵਾਸਤੇ ਫੀਡ ਮਿਲ ਇਕੱਠੀ ਬਣਵਾਈਏ, ਬਾਜ਼ਾਰ ਜੋ ਕੁਝ ਖਰੀਦਣਾ ਉਹ ਇਕੱਠੇ ਖਰੀਦੀਏ, ਜੋ ਕੁਝ ਵੇਚਣਾ ਉਹ ਇਕੱਠੇ ਵੇਚੀਏ। ਤੇ ਇਹ ਗੱਲਬਾਤ ਕਰਨ ਵਾਸਤੇ ਜਿਹੋ ਜਿਹੇ ਪ੍ਰੋਫੈਸ਼ਨਲਾਂ ਦੀ ਲੋੜ ਆ, ਮਾਰਕੀਟਿੰਗ ਵਾਲੇ ਮੁੰਡੇ ਕੁੜੀਆਂ ਦੀ ਲੋੜ ਆ, ਉਹਨਾਂ ਨੂੰ ਅਸੀਂ ਦਫ਼ਤਰ 'ਚ ਅੰਗੇਜ ਕਰ ਰਹੇ ਹਾਂ। ਉਹ 'ਚ MSc BSc ਮੁੰਡੇ ਕੁੜੀਆਂ ਨੇ ਜਿਹੜੇ FPO ਵਾਸਤੇ ਸਾਰਾ ਕੰਮ ਕੋਆਰਡੀਨੇਟ ਕਰਕੇ ਉਹਨਾਂ ਨੂੰ ਦਿੰਦੇ ਨੇ। ਸੋ ਪੈਸਾ ਬਚਾਉਣ ਦੀ ਵੀ ਲੜਾਈ ਹੈ, ਪੈਸਾ ਕਮਾਉਣ ਦੀ ਵੀ ਲੜਾਈ ਹੈ, ਤੇ ਇਹਦੇ 'ਚ ਕਾਫੀ ਇੰਪਲੋਇਮੈਂਟ ਜਿਹੜਾ ਇਹੋ ਜਿਹੇ ਕੰਮਾਂ 'ਚ ਜਨਰੇਟ ਹੋ ਰਿਹਾ। ਜੀ, ਇਹ ਸਨ ਪੁਨੀਤ ਸਿੰਘ ਥਿੰਦ ਜਿਨ੍ਹਾਂ ਨੇ FPO ਬਾਰੇ ਜਾਣਕਾਰੀ ਦਿੱਤੀ। ਮੈਂ ਚਾਹਾਂਗਾ ਪੁਨੀਤ ਜੀ, ਜੇਕਰ ਤੁਸੀਂ ਆਪਣਾ ਨੰਬਰ ਨਸ਼ਰ ਕਰ ਸਕਦੇ ਹੋ ਤਾਂ ਜ਼ਰੂਰ ਕਰੋ, ਤਾਂ ਜੋ ਕੁਝ ਕਿਸਾਨ ਜਿਹੜੇ ਤੁਹਾਡੀ ਤਜਰਬਾ ਲੈ ਸਕਣ, ਤੁਹਾਡੇ ਤੋਂ ਸੇਧ ਲੈ ਸਕਣ, ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਇਸ ਤਰ੍ਹਾਂ ਦੇ FPO ਖੜੇ ਕਰ ਸਕਣ। ਹਾਂਜੀ ਬੇਟਾ ਜੀ, ਮੇਰਾ ਨੰਬਰ ਹੈ 99 913 20 236। ਮੈਂ ਰਿਪੀਟ ਕਰ ਦਿੰਦਾ, 99 913 20 236। ਇਸ ਤੋਂ ਇਲਾਵਾ ਮੇਰੇ ਆਪਣੀ ਇੱਕ ਵੈਬਸਾਈਟ ਵੀ ਬਣੀ ਹੋਈ ਹੈ ਜਿਸ 'ਚ ਸਾਰੀ ਜਾਣਕਾਰੀ ਹੈ, puneethind.com, PUNEET, ਪੁਨੀਤ ਦੇ ਵਿੱਚ E, ਪੁਨੀਤ ਥਿੰਦ THIND, PUNEET THIND.com। ਸੋ ਕੁਝ ਜਾਣਕਾਰੀ ਜਾਂ ਲੋਕੇਸ਼ਨ ਸਾਡੇ ਜੋ ਕੰਮਕਾਰ ਬਾਰੇ ਜੋ ਇੰਡੀਆ ਜਾਂ ਇੰਡੀਆ ਤੋਂ ਬਾਹਰ ਅਸੀਂ ਕੰਮ ਕੀਤਾ, ਉਹ ਵੈਬਸਾਈਟ 'ਤੇ ਵੀ ਜਾਣਕਾਰੀ ਅਵੇਲੇਬਲ ਹੈ। ਸੋ ਮੈਨੂੰ ਖੁਸ਼ੀ ਹੋਵੇਗੀ ਜੇ ਕੋਈ ਵੀ ਸਾਥੀ FPO ਬਾਰੇ ਕੋਈ ਜਾਣਕਾਰੀ ਚਾਹੁੰਦਾ, ਸਾਡੇ ਨਾਲ ਫੋਨ, ਈਮੇਲ, ਵੈਬਸਾਈਟ ਦੇ ਥਰੂ ਕੰਟੈਕਟ ਕਰ ਸਕਦੇ ਹੋ। ਜੀ ਬਹੁਤ ਸ਼ੁਕਰੀਆ, ਤੇ ਇਸ ਦੇ ਨਾਲ ਹੀ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।